सहज सुभाए दर्शन परसै गुरु कै जन्म मरण दुख जाए। दर्शन परसै गुरु कै जन्म मरण दुख जाए। सतनाम श्री वाहिगुरु जी। सलोक महला पहला। घड़िया सभे गोपिया पहर कन्न गोपाल। गहने पौन पानी बैसंतर चंद सूरज अवतार। घड़िया सभे गोपिया पहर कन्न गोपाल। गहने पौन पानी बैसंतर चंद सूरज अवतार। सगली धरती माल तन वर्तन सर्ब जंजाल। नानक मुसाय ज्ञान विहूणी खाए गया जम काल। सगली धरती माल तन वर्तन सर्ब जंजाल। नानक मुसाय ज्ञान विहूणी खाए गया जम काल। वाहिगुरु जी का खालसा वाहिगुरु जी की फतेह। सच्चे पातशाह तखत चवर छतर दे मालक जागदी जोत 10 पातशाहियां दे आत्मक स्वरूप अमृत देशों में धन साहिब श्री गुरु ग्रंथ साहिब जी महाराज सतगुरु जी दी परम दया सदका आप जी सतसंगत दियां घड़ियां दा सुख मान रहे हो। साहिबे कमाल अमृत के दाते सरबंसदानी मर्द अगंबड़े सतगुरु जी दे ज्योति जोत समाउण अस्थान तखत सचखंड श्री हजूर श्री अबचल नगर साहिब जी दे आप दर्शन दीदार कर रहे हो। सतगुरु जी का सजिया होया पवित्र दरबार महाराज जी दे हजूर तुर की बाणी दी लड़ीवार कथा का समा है। प्यार शरदा नाल महाराज जी का अमृत उपदेश मन एकाग्र करके सरवण करिए। सतगुरु जी दे पावन चरनां दा ध्यान करते हुए आखो जी सतनाम श्री वाहिगुरु साहिब जी। सतनाम श्री वाहिगुरु साहिब जी।
ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਪਹਿਲਾ। ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਆਸਾ ਦੀ ਵਾਰ ਦਾ ਇਹ ਪੰਜਵਾਂ ਸ਼ਲੋਕ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਬਖਸ਼ਿਸ਼ ਕਰਦੇ ਹੈ। ਸਤਿਗੁਰੂ ਜੀ ਚੌਥੇ ਸ਼ਲੋਕ ਦੇ ਅੰਦਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸ਼ੇਖ ਬ੍ਰਹਮ ਦੇ ਤਾਈਂ ਦੱਸਿਆ ਕਿ ਵਾਹਿਗੁਰੂ ਦੇ ਭੈ ਵਿੱਚ ਹੀ ਸਾਰੇ ਤੱਤ ਜਿਹੜੇ ਆ ਉਹ ਹਰਕਤ ਕਰ ਰਹੇ ਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਭੈ ਤੋਂ ਰਹਿਤ ਕੇਵਲ ਤੇ ਕੇਵਲ ਇੱਕੋ ਇੱਕ ਵਾਹਿਗੁਰੂ ਹੈ, ਨਿਰਭਉ ਸਰੂਪ। ਬਾਕੀ ਸਾਰੀ ਕਾਇਨਾਤ ਉਹਦੇ ਭੈ ਵਿੱਚ ਚੱਲ ਰਹੀ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਇਹ ਵਾਕ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਹੇ। ਫਿਰ ਮਹਾਰਾਜ ਜੀ ਨੇ ਪੌੜੀ ਵਿੱਚ ਸਿੱਖਿਆ ਦਿੱਤੀ ਕਿ ਸਤਿਗੁਰੂ ਜੀ ਦੇ ਜਿੱਡਾ ਵੱਡਾ ਕੋਈ ਦਾਤਾ ਨਹੀਂ ਸੰਸਾਰ ਦੇ ਲੋਕੋ। ਸਭ ਸੁਣਿਓ ਲੋਕ ਸਬਾਇਆ, ਸਾਰੇ ਲੋਕ ਸੁਣੋ। ਇਹ ਗੁਰੂ ਸਾਹਿਬ ਨੇ ਉੱਚੀ ਆਵਾਜ਼ ਵਿੱਚ, ਬੁਲੰਦ ਆਵਾਜ਼ ਵਿੱਚ ਇਹ ਕਿਹਾ ਕਿ ਸਤਿਗੁਰੂ ਜੀ ਹੀ ਐਸੇ ਦਾਤੇ ਨੇ ਜਿਨ ਸੱਚੋ ਸੱਚ ਬੁਝਾਇਆ। ਜਿਹੋ ਜਿਹਾ ਸੱਚ ਸਰੂਪ ਹੈ ਨਾ ਪਰਮੇਸ਼ਰ, ਕਿਉਂਕਿ ਮਾਇਆ ਨੇ ਉਸ ਸੱਚ ਸਰੂਪ ਨੂੰ ਢੱਕਿਆ ਹੋਇਆ ਹੈ। ਜਿਵੇਂ ਪਾਣੀ ਦੇ ਉੱਤੇ ਬੂਰ ਆ ਜਾਂਦਾ ਨਾ ਤੇ ਫਿਰ ਪਤਾ ਨਹੀਂ ਲੱਗਦਾ, ਵੇਖਣ ਨੂੰ ਲੱਗਦਾ ਕਿ ਹਰਿਆ ਬੂਰ ਹੀ ਹੈ, ਤੇ ਹੱਥਾਂ ਨਾਲ ਹਟਾਈਏ ਉਤੋਂ ਬੂਰ ਤੇ ਫਿਰ ਥੱਲੇ ਪਾਣੀ ਦਿਖਾਈ ਦਿੰਦਾ ਹੈ। ਇਵੇਂ ਮਾਇਆ ਦਾ ਪਰਦਾ ਪਿਆ ਹੋਇਆ ਹੈ। ਵਾਹਿਗੁਰੂ ਜੀ ਸਤ ਸਰੂਪ ਜੀਆਂ ਨੂੰ ਭਾਸਦੇ ਨਹੀਂ ਹਨ। ਜੀਵ ਸੰਸਾਰ ਵਿੱਚ ਸਮਾਜ ਅੰਦਰ ਰਹਿੰਦੇ ਹੈ, ਇਸ ਕਰਕੇ ਵੇਖਾ ਵੇਖੀ ਪਹਿਲਾਂ ਇਹੀ ਕਹਿ ਦੇਣਾ ਕਿ ਹਾਂ ਪਰਮੇਸ਼ਰ ਹੈ, ਕਿ ਜੇ ਮੈਂ ਕਹਾਂਗਾ ਨਹੀਂ ਤੇ ਲੋਕ ਮੈਨੂੰ ਨਾਸਤਕ ਕਹਿਣਗੇ। ਸਤਿਗੁਰੂ ਜੀ ਕਹਿੰਦੇ ਅੰਦਰ ਮਨ ਵਿੱਚ ਸੱਚ ਸਰੂਪ ਦਾ ਜਿਹੜਾ ਨਾ ਉਹ ਸਪਰਸ਼ ਨਹੀਂ ਹੁੰਦਾ। ਉਹ ਤਾਂ ਪੂਰੇ ਗੁਰੂ ਜੀ ਦੇ ਬਖਸ਼ਿਸ਼ ਕਰਨ ਦੇ ਨਾਲ ਹੀ ਹੁੰਦਾ ਹੈ। ਇਸ ਕਰਕੇ ਜਿਹੋ ਜਿਹਾ ਉਹ ਸੱਚ ਸਰੂਪ ਹੈ ਵਾਸਤਵ ਵਿੱਚ, ਸਤਿਗੁਰੂ ਜੀ ਉਹੋ ਜਿਹਾ ਹੀ ਸੱਚ ਸਰੂਪ ਬੁਝਾ ਦਿੰਦੇ ਆ, ਫਿਰ ਸਿੱਖ ਨੂੰ ਜਣਾ ਦਿੰਦੇ ਆ। ਵਾਹਿਗੁਰੂ ਦੀ ਸਾਖਿਆਤਤਾ ਮਹਾਰਾਜ ਜੀ ਦੇ ਦਿੰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਇਹ ਅਗਲਾ ਸ਼ਲੋਕ ਮਹਾਰਾਜ ਜੀ ਆਰੰਭਦੇ ਆ, ਬਖਸ਼ਿਸ਼ ਕਰਦੇ ਆ। ਸੁਣੋ ਪਿਆਰ ਨਾਲ। ਸਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਹਜੂਰ ਫਰਮਾਉਂਦੇ ਆ, ਘਾੜੀਆ ਸਭੇ ਗੋਪੀਆ। ਸਾਧ ਸੰਗਤ ਜੀ ਉੱਥੇ ਪਾਕ ਪੱਟਣ ਵਿੱਚ ਨਾ ਰਾਸ ਪਈ। ਮਹਾਰਾਜ ਪਿੱਛੇ ਵੀ ਰਾਸ ਧਾਰੀਆਂ ਦਾ ਜ਼ਿਕਰ ਕੀਤਾ ਨਾ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ। ਫਿਰ ਸਤਿਗੁਰਾਂ ਨੇ ਦੱਸਿਆ ਸੀਗਾ ਕਿ ਇਹ ਐਵੇਂ ਆਲ ਪਤਾਲ ਦੀਆਂ ਗੱਲਾਂ ਮਾਰਦੇ ਰਹਿੰਦੇ ਹੈ। ਪਤਾਲ ਦੀਆਂ ਗੱਲਾਂ ਜਿਹੜੀਆਂ ਕੁਛ ਵੀ ਨਹੀਂ ਹੁੰਦੀਆਂ ਉਹਨਾਂ ਨੂੰ ਆਕਾਸ਼ ਚੜ੍ਹਾ ਦਿੰਦੇ ਆ, ਬੜਾ ਵੱਡਾ ਕਰਕੇ ਦੱਸਦੇ ਆ। ਆਕਾਸ਼ ਦੀਆਂ ਗੱਲਾਂ ਨੂੰ ਪਤਾਲ 'ਚ ਸਿੱਟ ਦਿੰਦੇ ਆ। ਭਾਵ ਐਵੇਂ ਅਰਲ ਬਰਲੀ ਬੋਲਦੇ ਰਹਿੰਦੇ ਆ। ਉੱਥੇ ਜਦੋਂ ਰਾਸ ਪਈ ਤੇ ਸ਼ੇਖ ਬ੍ਰਹਮ ਜੀ ਦੇ ਕੋਲ ਫਕੀਰਾਂ ਦੀ ਜਮਾਤ ਰਹਿੰਦੀ ਸੀ। ਕਹਿਣ ਲੱਗੇ ਮਹਾਰਾਜ ਰਾਸ ਪਈ ਹੈ ਇੱਥੇ ਪਾਕ ਪੱਟਣ ਵਿੱਚ, ਤੇ ਅਸੀਂ ਰਾਸ ਵੇਖ ਆਈਏ, ਤੁਸੀਂ ਵੀ ਚੱਲੋ ਨਾਲ ਜੇ ਤੁਹਾਡਾ ਮਨ ਭਾਵੇ ਤਾਂ। ਬੜਾ ਮਨੋਰੰਜਨ ਹੁੰਦਾ ਹੈ। ਜਿਵੇਂ ਆਪਾਂ ਵੀ ਨਾਟਕ ਚੇਟਕ ਵੇਖ ਲੈਂਦੇ ਹਾਂ। ਸਤਿਗੁਰੂ ਜੀ ਕਹਿਣ ਲੱਗੇ ਭਈ ਫਕੀਰੋ, ਪਰਮੇਸ਼ਰ ਵੱਲੋਂ ਰਾਸ ਪੈ ਰਹੀ ਹੈ, ਉਹ ਰਾਸ ਅਸੀਂ ਤਾਂ ਵੇਖ ਰਹੇ ਹਾਂ। ਮਹਾਰਾਜ ਕਿਹੜੀ ਰਾਸ ਪੈ ਰਹੀ ਹੈ?
ਤਾਂ ਸਤਿਗੁਰੂ ਜੀ ਕਥਨ ਕਰਦੇ ਐ, ਵਾਹਿਗੁਰੂ ਵੱਲੋਂ ਪੈਂਦੀ ਹੋਈ ਰਾਸ ਜੋ ਹੈ ਸੰਸਾਰ ਦੇ ਅੰਦਰ, ਹਜੂਰ ਫਰਮਾਉਂਦੇ ਹਨ, ਘੜੀਆ ਸਭੇ ਗੋਪੀਆ। ਜਿਹੜੀਆਂ ਘੜੀਆਂ ਹਨ ਨਾ ਸਾਧ ਸੰਗਤ ਜੀ, ਇਹ ਸਮੇਂ ਦਾ ਵਾਚਕ ਜਿਹੜੀਆਂ ਘੜੀਆਂ ਨੇ, ਤੇ ਸਤਿਗੁਰੂ ਜੀ ਕਹਿੰਦੇ ਇਹ ਜਿਹੜੀਆਂ ਘੜੀਆਂ ਨਾ, ਘੜੀਆਂ ਸਭੇ ਗੋਪੀਆਂ, ਇਹ ਸਾਰੀਆਂ ਗੋਪੀਆਂ ਦੀ ਨਿਆਈ ਹਨ ਘੜੀਆਂ। ਜਿਹੜੇ ਰਾਸ ਧਾਰੀਏ, ਰਾਸ ਪਾਉਂਦੇ ਆ ਨਾ, ਉਹ ਸਾਧ ਸੰਗਤ ਜੀ ਪਾਤਰ ਬਣਾਏ ਹੁੰਦੇ ਉਹਨਾਂ ਨੇ। ਨਾਟਕ 'ਚ ਜਿਵੇਂ ਪਾਤਰ ਨਹੀਂ ਹੁੰਦੇ, ਤੇ ਫਿਰ ਪਾਤਰ ਨੂੰ ਜਿਹੜਾ ਜਿਹੜਾ ਰੋਲ ਦੇ ਦਿੰਦੇ ਆ, ਉਹ ਕੋਈ ਕ੍ਰਿਸ਼ਨ ਦਾ ਰੋਲ ਨਿਭਾਉਣ ਲੱਗ ਜਾਂਦਾ, ਕੋਈ ਗਵਾਲਿਆਂ ਦਾ ਰੋਲ ਨਿਭਾਉਣ ਲੱਗ ਜਾਂਦਾ। ਪਾਤਰ ਹੁੰਦੇ ਆ, ਹੁੰਦੇ ਥੋੜਾ, ਉਹ ਕ੍ਰਿਸ਼ਨ ਥੋੜੋ ਹੈ, ਉਹ ਗਵਾਲੇ ਥੋੜੋ ਹੈ, ਉਹ ਗੋਪੀਆਂ ਥੋੜੋ ਹੈ, ਪਰ ਪਾਤਰ ਬਣ ਜਾਂਦੇ ਆ। ਤੇ ਪਾਤਰ ਬਣ ਕੇ ਆਪਣਾ ਜਿਹੜਾ ਉਹਨਾਂ ਨੂੰ ਜੋ ਮਿਲਿਆ ਹੋਇਆ ਰੋਲ ਨਿਭਾਉਣ ਵਾਸਤੇ, ਉਹ ਫਿਰ ਉਸ ਰੋਲ ਨੂੰ ਨਿਭਾਉਂਦੇ ਆ। ਇਵੇਂ ਸੰਸਾਰ ਦੇ ਅੰਦਰ ਵੀ ਇਹ ਜੀਵ ਪਾਤਰ ਹੀ ਹੈ ਸਾਰੇ, ਤੇ ਇਹ ਨਾਟਕ ਵੈ ਸਾਰਾ ਸੰਸਾਰ। ਮਹਾਰਾਜ ਜੀ ਨੇ ਕਿਹਾ ਨਾ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣੇ ਆਇਓ ਜਗਤ ਤਮਾਸ਼ਾ। ਇਹ ਜਗਤ ਤਮਾਸ਼ਾ ਹੈ, ਨਾਟਕ ਵੈ। ਤਾਂ ਹੀ ਮਹਾਰਾਜ ਜੀ ਨੇ ਉਸ ਬਾਣੀ ਦਾ ਨਾਂ ਹੀ ਬਚਿੱਤਰ ਨਾਟਕ ਧਰਿਆ ਸੱਚੇ ਪਾਤਸ਼ਾਹ ਜੀ ਨੇ। ਮਹਾਰਾਜ ਕਹਿੰਦੇ ਅਸੀਂ ਵੇਖਣ ਲਈ ਆਏ ਹਾਂ। ਜਿਹੜਾ ਇਸ ਨਾਟਕ ਨੂੰ ਵੇਖਦਾ ਨਾ, ਉਹ ਤਾਂ ਸਾਧ ਸੰਗਤ ਜੀ ਨਾਟਕ ਨੂੰ ਵੇਖ ਕਰਕੇ ਤੇ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਇੱਕ ਨਾਟਕ ਵੈ, ਤੇ ਉਹ ਉਹਦੀ ਪ੍ਰਸੰਨਤਾ ਲੈ ਲੈਂਦਾ ਹੈ। ਪਰ ਜਿਹੜਾ ਵਿੱਚ ਹੀ ਤਮਾਸ਼ੇ ਦੇ ਖੇਡਣ ਲੱਗ ਜਾਂਦਾ ਹੈ, ਤਮਾਸ਼ਾ ਹੀ ਬਣ ਜਾਂਦਾ ਹੈ, ਉਹਨੂੰ ਫਿਰ ਉਹਦੀ ਜਿਹੜੀ ਹੈ ਨਾ ਸੁੱਖ ਅਨੁਭਵ ਨਹੀਂ ਹੁੰਦਾ ਹੈ। ਉਹ ਵੇਖ ਨਹੀਂ ਪਾਉਂਦਾ ਹੈ ਸਾਰੇ ਤਮਾਸ਼ੇ ਨੂੰ, ਕਿਉਂਕਿ ਪਾਤਰ ਬਣਿਆ ਵਿੱਚ ਹੀ ਉਹ ਲੱਗਾ ਹੋਇਆ ਹੈ। ਤਾਂ ਮਹਾਰਾਜ ਜੀ ਇਹ ਸਮੇਂ ਦਾ ਸੂਚਕ ਦੱਸਦੇ ਹੋਏ ਕਹਿੰਦੇ, ਜਿਹੜੀਆਂ ਘੜੀਆਂ ਨਾ ਸਾਰੀਆਂ, ਘੜੀਆਂ ਦੀਆਂ ਸੰਗਿਆ ਕਰਕੇ, ਕਿਉਂਕਿ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਛੀਜੈ। ਮਹਾਰਾਜ ਜੀ ਕਹਿੰਦੇ ਜਿਹੜੀਆਂ ਘੜੀਆਂ ਬਤੀਤ ਹੋ ਰਹੀਆਂ, ਇਹ ਤਾਂ ਸਾਰੀਆਂ ਗੋਪੀਆਂ ਦੀ ਨਿਆਈ ਹਨ। ਪਹਿਰ ਕੰਨ ਗੋਪਾਲ। ਫਿਰ ਕੰਨ ਭਾਵ ਕਾਨ, ਕਾਨ ਕੌਣ? ਕ੍ਰਿਸ਼ਨ ਜੀ। ਕ੍ਰਿਸ਼ਨ ਜੀ ਦੇ ਜਿਹੜੇ ਸਾਥੀ ਸੀਗੇ, ਗੋਪਾਲ ਭਾਵ ਗਵਾਲੇ, ਉਹ ਕੌਣ ਨੇ? ਜਿਹੜਾ 3 ਘੰਟਿਆਂ ਦਾ ਇੱਕ ਪਹਿਰ ਬੀਤਦਾ ਹੈ ਨਾ ਸਾਧ ਸੰਗਤ ਜੀ, ਇਹ ਜਿਹੜੇ 4 ਪਹਿਰ ਦਿਨ ਦੇ ਹੈ, 4 ਪਹਿਰ ਰਾਤ ਦੇ ਹੈ, ਇਹ ਜਿਹੜੇ ਹਨ ਇਹ ਗਵਾਲਿਆਂ ਦੀ ਨਿਆਈ ਹਨ। ਗਹਿਣੇ ਪਾਉਣ ਪਾਣੀ ਬੈ ਸੰਤਰ। ਮਹਾਰਾਜ ਫਿਰ ਉਹਨਾਂ ਤਾਂ ਗਹਿਣੇ ਵੀ ਪਾਏ ਹੁੰਦੇ ਆ। ਇੱਧਰ ਘੜੀਆਂ ਰੂਪੀ ਗੋਪੀਆਂ ਨੇ ਤੇ ਪਹਿਰਾਂ ਰੂਪੀ ਗਵਾਲਿਆਂ ਨੇ। ਮਹਾਰਾਜ ਗਹਿਣੇ ਕਿਹੜੇ ਪਾਏ ਹੋਏ ਆ? ਸਤਿਗੁਰੂ ਜੀ ਕਹਿੰਦੇ ਭਾਈ ਪਾਉਣ ਪਾਣੀ ਤੇ ਬੈਸੰਤਰ ਅੱਗ, ਇਹ ਗਹਿਣੇ ਪਾਏ ਹੋਏ ਇਹਨਾਂ ਨੇ ਤੱਤਾਂ ਦੇ। ਸਾਧ ਸੰਗਤ ਜੀ ਜਦੋਂ ਚੇਤ ਵਿਸਾਖ ਤੇ ਜੇਠ ਹਾੜ, ਇਹ ਪਹਿਲੇ 3 ਜਿਹੜੇ 4 ਮਹੀਨੇ ਹੁੰਦੇ ਆ ਨਾ, ਇਹਨਾਂ ਵਿੱਚ ਸਾਧ ਸੰਗਤ ਜੀ ਪਾਉਣ ਗਹਿਣਾ ਮੰਨੀ ਹੋਈ ਹੈ। ਕਿਉਂਕਿ ਗਰਮੀ ਬੜੀ ਹੈ, ਗਰਮੀ ਨਾਲ ਜੀਵਾਂ ਨੂੰ ਸੀਤਲ ਹਵਾ ਜਿਹੜੀ ਹੈ ਉਹ ਸੁੱਖ ਦਿੰਦੀ ਹੈ। ਇਸ ਕਰਕੇ ਇਹ ਰਾਸ ਦੇ ਅੰਤਰੀਵ ਮਹਾਰਾਜ ਟੁਕਾ ਰਹੇ ਆ। ਇਸ ਕਰਕੇ ਬਿਰਤੀ ਇਕਾਗਰ ਰੱਖ ਕੇ ਸੁਣੀ ਜਾਊਗੀ ਕਥਾ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਗਹਿਣੇ ਪਾਉਣ ਪਾਣੀ ਬੈ ਸੰਤਰ। ਇਹ ਘੜੀਆਂ ਰੂਪੀ ਗੋਪੀਆਂ ਨੇ ਤੇ ਪਹਿਰਾ ਰੂਪੀ ਗਵਾਲਿਆਂ ਨੇ ਗਹਿਣੇ ਕਿਹੜੇ ਪਾਏ ਆ? ਪਾਉਣ ਪਾਣੀ ਬੈਸੰਤਰ, ਪਾਉਣ ਦੇ ਪਾਣੀ ਦੇ ਤੇ ਬਸੰਤਰ ਅੱਗ ਦੇ, ਇਹ ਗਹਿਣੇ ਪਹਿਰੇ ਹੋਏ ਆ ਘੜੀਆਂ ਰੂਪੀ ਗੋਪੀਆਂ ਤੇ ਪਹਿਰਾ ਰੂਪ ਗਵਾਲਿਆਂ ਨੇ। ਜਿਹੜੇ ਪਹਿਲੇ 4 ਮਹੀਨੇ ਆ ਨਾ ਸਾਧ ਸੰਗਤ ਜੀ, ਇਉਂ ਚੇਤਰ ਵਿਸਾਖ ਜੇਠ ਤੇ ਹਾੜ, ਇਹਦੇ ਵਿੱਚ ਪਾਉਣ ਗਹਿਣਾ ਮੰਨੀ ਹੈ। ਤੇ ਫਿਰ ਜਿਹੜੇ ਸਾਧ ਸੰਗਤ ਜੀ ਅੱਗੇ ਪਾਵਸ ਰਿਤੂ ਸ਼ੁਰੂ ਹੁੰਦੀ ਹੈ, ਸਾਉਣ ਭਾਦਰੋਂ ਅੱਸੂ ਤੇ ਕੱਤੇ, ਇਹਦੇ ਵਿੱਚ ਸਾਧ ਸੰਗਤ ਜੀ ਜਿਹੜਾ ਹੈ ਪਾਣੀ ਗਹਿਣਾ ਮੰਨਿਆ ਹੋਇਆ। ਬੱਦਲਾਂ ਦੀ ਵਰਖਾ ਹੁੰਦੀ ਹੈ, ਤਪਦੀ ਧਰਤੀ ਸ਼ਾਂਤ ਹੁੰਦੀ ਹੈ। ਤੇ ਫਿਰ ਜਿਹੜੇ ਸਾਧ ਸੰਗਤ ਜੀ ਇਸ ਪ੍ਰਕਾਰ ਮੱਘਰ ਵੈ, ਪੋਹ ਹੈ, ਤੇ ਇਸ ਪ੍ਰਕਾਰ ਫੱਗਣ ਦਾ ਮਹੀਨਾ, ਮਾਘ ਦਾ ਮਹੀਨਾ ਹੈ,
ਇਹ ਅਖੀਰਲੇ 4 ਮਹੀਨੇ ਜਿਹੜੀ ਸਰਦੀ ਹੁੰਦੀ ਹੈ ਤੇ ਇਹਦੇ ਵਿੱਚ ਅੱਗ ਗਹਿਣਾ ਮੰਨੀ ਹੋਈ ਹੈ। ਜੀਆਂ ਦਾ ਜਿਹੜਾ ਹੈ ਉਹ ਪਾਲਾ ਦੂਰ ਕਰਦੀ ਹੈ, ਸੀਤ ਨੂੰ ਦੂਰ ਕਰਦੀ ਹੈ। ਮਹਾਰਾਜ ਕਹਿੰਦੇ ਭਾਈ ਇਹ ਸਮੇਂ ਦੀ ਜਿਹੜੀ ਸੰਗਿਆ ਘੜੀਆਂ ਤੇ ਪਹਿਰਾਂ ਨੇ, ਇਹ ਮਹਾਰਾਜ ਕਹਿੰਦੇ ਭਾਈ ਪੌਣ ਦੇ ਤੇ ਪਾਣੀ ਦੇ ਤੇ ਬਸੰਤਰ ਦੇ, ਹਵਾ ਪਾਣੀ ਤੇ ਅੱਗ ਦੇ ਗਹਿਣੇ ਜਿਹੜੇ ਉਹ ਪਹਿਰੇ ਹੋਏ ਆ। ਚੰਦ ਸੂਰਜ ਅਵਤਾਰ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਦੇ ਵਿੱਚ ਤਾਂ ਉਹ ਇੱਕ ਬਲਭੱਦਰ ਬਣਾਇਆ ਹੁੰਦਾ। ਕ੍ਰਿਸ਼ਨ ਜੀ ਦਾ ਵੱਡਾ ਭਰਾ ਸੀ ਨਾ, ਉਹਦੇ ਕਈ ਨਾਮ 10ਵੇਂ ਪਾਤਸ਼ਾਹ ਜੀ ਨੇ ਸ੍ਰੀ ਦਸਮ ਗ੍ਰੰਥ ਵਿੱਚ ਲਿਖੇ ਹੈ। ਹਲ ਉਹਦਾ ਸ਼ਸਤਰ ਸੀ, ਉਹਨੂੰ ਮਹਾਰਾਜ ਹਲੀ ਵੀ ਕਹਿੰਦੇ ਆ, ਕਿਤੇ ਲਾਂਗਲੀ ਵੀ ਕਹਿੰਦੇ, ਲਾਂਗਲ ਹਲ ਨੂੰ ਕਹਿ ਦਿੰਦੇ ਆ। ਕਿਉਂ? ਉਹਦਾ ਨਾਮ ਬਲਰਾਮ ਸੀਗਾ। ਤੇ ਫਿਰ ਸ਼੍ਰੀ ਕ੍ਰਿਸ਼ਨ ਜੀ ਵੀ ਵਿੱਚ ਪਾਤਰ ਬਣਿਆ ਹੁੰਦਾ ਇੱਕ ਜਾਣਾ। ਮਹਾਰਾਜ ਜੀ ਕਹਿੰਦੇ ਚੰਦ ਸੂਰਜ ਅਵਤਾਰ। ਚੰਦਰਮਾ ਦੀ ਨਿਆਈ ਤਾਂ ਬਲਭੱਦਰ ਬਣਿਆ ਹੋਇਆ ਹੈ, ਤੇ ਸੂਰਜ ਦੀ ਨਿਆਈ ਮਹਾਰਾਜ ਕਹਿੰਦੇ ਸ਼੍ਰੀ ਕ੍ਰਿਸ਼ਨ ਜੀ ਦਾ ਜਿਹੜਾ ਪਾਤਰ ਹੈ ਉਹ ਬਣਿਆ ਹੋਇਆ। ਇਹ ਚੰਦਰਮਾ ਬਲਭੱਦਰ ਵਾ ਇਸ ਰਾਸ ਦੇ ਅੰਦਰ, ਜਿਹੜੀ ਇਹ ਰਾਸ ਪੈ ਰਹੀ ਹੈ। ਦੁਨੀਆ ਦੀ ਰਾਸ ਵਿਖਾ ਰਹੇ ਮਹਾਰਾਜ ਫਕੀਰਾਂ ਨੂੰ, ਸੰਸਾਰ ਦੀ ਪਰਮੇਸ਼ਰ ਵੱਲੋਂ ਪੈ ਰਹੀ ਰਾਸ ਵਿਖਾ ਰਹੇ ਸੱਚੇ ਪਾਤਸ਼ਾਹ ਜੀ। ਹਜੂਰ ਕਹਿੰਦੇ ਆ ਕਿ ਤੁਸੀਂ ਨਾਟਕ ਚੇਟਕ ਵੇਖਣਾ ਹੈ, ਪਰਮੇਸ਼ਰ ਵੱਲੋਂ ਆ ਸੰਸਾਰ ਹੀ ਨਾਟਕ ਹੋ ਰਿਹਾ ਸਾਰਾ। ਇਹ ਰਾਸ ਪੈਂਦੀ ਹੈ, ਵੇਖੋ ਇਹਦੇ ਵਿੱਚ ਚੰਦਰਮਾ ਬਲਭੱਦਰ ਬਣਿਆ ਹੋਇਆ ਹੈ ਤੇ ਸੂਰਜ ਜਿਹੜਾ ਉਹ ਕ੍ਰਿਸ਼ਨ ਦਾ ਅਵਤਾਰ ਹੈ। ਮਹਾਰਾਜ ਕਹਿੰਦੇ ਭਾਈ ਇਉਂ ਬਣਿਆ ਹੋਇਆ ਹੈ। ਸਗਲੀ ਧਰਤੀ ਮਾਲ ਧਨ। ਫਿਰ ਮਹਾਰਾਜ ਉਹਨਾਂ ਕੋਲ ਤਾਂ ਬੜਾ ਰਾਸ ਵਾਸਤੇ ਸਾਜੋ ਸਮਾਨ ਹੁੰਦਾ ਹੈ ਨਾ। ਕਈ ਉਹਨਾਂ ਸਟੇਜਾਂ ਲਾਉਣੀਆਂ ਹੁੰਦੀਆਂ, ਕਈ ਉਹਨਾਂ ਦੇ ਸਾਜ਼ ਹੁੰਦੇ ਆ। ਮਹਾਰਾਜ ਕਹਿੰਦੇ ਸਗਲੀ ਧਰਤੀ ਮਾਲ ਧਨ। ਇਹ ਜਿਹੜੀ ਸਾਰੀ ਧਰਤੀ ਹੈ ਨਾ, ਇਹ ਤਾਂ ਉਹ ਸਟੇਜ ਹੀ ਬਣੀ ਹੋਈ ਹੈ। ਮਹਾਰਾਜ ਕਹਿੰਦੇ ਫਿਰ ਇਹਦੇ ਵਿੱਚ ਮਾਲ, ਹਾਥੀ, ਘੋੜੇ, ਮੱਝਾਂ, ਗਊਆਂ, ਇਹ ਸਾਰਾ ਸਮਾਨ ਹੀ ਹੈ। ਤੇ ਧਨ ਆਦਿਕ ਜਿਹੜਾ ਰੋਕੜੀ ਹੈ, ਜਦੋਂ ਰਾਸ ਪੈਂਦੀ ਹੈ ਨਾ ਤੇ ਉਹ ਰਾਸ ਧਾਰੀਏ ਫਿਰ ਧਨ ਕਰਕੇ ਹੀ ਰਾਸ ਪਾਉਂਦੇ ਆ ਨਾ। ਇਉਂ ਮਹਾਰਾਜ ਕਹਿੰਦੇ ਭਾਈ ਇਹਦੇ ਵਿੱਚ ਜਿਹੜਾ ਇਹ ਧਨ ਹੈ, ਇਹ ਜੀਆਂ ਨੂੰ ਇਸ ਰਾਸ ਦੇ ਅੰਦਰ ਜਿਹੜਾ ਪ੍ਰਾਪਤ ਹੋ ਰਿਹਾ ਹੈ। ਜੀਵ ਇਸ ਰਾਸ ਵਿੱਚ ਲੱਗੇ ਹੋਏ, ਅੱਗੇ ਮਹਾਰਾਜ ਦੱਸਦੇ ਹੈ ਕਿ ਇਉਂ ਸਮਾਂ ਸਾਰਾ ਹੈ ਨਾ ਜਿਹੜਾ ਉਹ ਇਹ ਰਾਸ ਪੈ ਰਹੀ ਹੈ। ਸੂਰਜ, ਚੰਦਰਮਾ, ਬਲਭੱਦਰ ਤੇ ਕ੍ਰਿਸ਼ਨ ਬਣੇ ਹੋਏ ਹੈ, ਤੇ ਘੜੀਆਂ ਰੂਪੀ ਗੋਪੀਆਂ ਹਨ, ਪਹਿਰ ਰੂਪੀ ਗਵਾਲੇ ਹਨ। ਸਗਲੀ ਧਰਤੀ ਮਾਲ ਧਨ। ਇਹ ਸਾਰੀ ਜੋ ਧਰਤੀ ਹੈ ਤੇ ਮਾਲ ਅਸਬਾਬ ਤੇ ਧਨ ਜੋ ਰੋਕੜੀ ਹੈ। ਵਰਤਣ ਸਰਬ ਜੰਜਾਲ। ਤੇ ਜਿਹੜਾ ਜੀਆਂ ਦਾ ਵਰਤਣਾ ਨਾ, ਮਹਾਰਾਜ ਕਹਿੰਦੇ ਸਾਰੇ ਜੰਜਾਲਾਂ 'ਚ ਹੀ ਪਏ ਆ, ਬੰਧਨਾਂ 'ਚ ਹੀ ਪਏ ਆ। ਇਹ ਰਾਸ ਵਿੱਚ ਹੀ ਸਾਰੇ ਪਾਤਰ ਬਣੇ ਹੋਏ ਆ। ਇਹ ਪਾਤਰ ਬਣ ਕਰਕੇ ਰਾਸ ਵਿੱਚ ਹੀ ਉਲਝੇ ਹੋਏ ਆ। ਕਿਉਂਕਿ ਸਾਧ ਸੰਗਤ ਜੀ ਮਹਾਰਾਜ ਜੀ ਨੇ ਕਿਹਾ ਇਹ ਜੀਵ ਤੂੰ ਸੋਝੀ ਕਰ। ਇਹ ਪਤਨੀ ਦੇ ਨਾਲ ਜਿਹੜਾ ਤੇਰਾ ਸੰਬੰਧ ਹੈ ਨਾ, ਇਹ ਦੇਹ ਕਰਕੇ ਹੀ ਹੈ। ਧੀਆਂ ਪੁੱਤਰਾਂ ਨਾਲ ਤੇਰਾ ਸੰਬੰਧ ਦੇਹ ਕਰਕੇ ਹੀ ਹੈ। ਜਦੋਂ ਤੇਰੇ ਕੋਲ ਦੇਹ ਨਾ ਹੋਈ, ਇਹ ਸੰਬੰਧ ਨਹੀਂ ਰਹੇਗਾ। ਇਸ ਕਰਕੇ ਤੂੰ ਇਹਨਾਂ 'ਚ ਪਾਤਰ ਬਣ ਕੇ ਹੀ ਲੱਗਾ ਰਹਿਣਾ। ਕਿਸੇ ਦਾ ਪਿਓ ਬਣ ਰਿਹਾ, ਕਿਸੇ ਦਾ ਪੁੱਤ ਬਣ ਰਿਹਾ, ਕਿਸੇ ਦਾ ਭਰਾ ਬਣ ਰਿਹਾ, ਕਿਸੇ ਦਾ ਪਤੀ ਬਣ ਰਿਹਾ। ਤੂੰ ਕਿਸੇ ਥਾਂ ਦੀ ਕਿਸੇ ਦੀ ਭੈਣ ਬਣ ਰਹੀ ਹੈ, ਕੋਈ ਪਤਨੀ ਬਣ ਰਹੀ ਹੈ, ਇਉਂ ਕੋਈ ਧੀ ਬਣ ਰਹੀ ਹੈ। ਇਹ ਪਾਤਰ ਹੀ ਹੈ ਸਾਰੇ। ਤੇ ਵਰਤਣ ਸਰਬ ਜੰਜਾਲ। ਇਹ ਸਾਰੇ ਜੰਜਾਲ ਜੋ ਬੰਧਨ ਪਏ ਹੋਏ ਆ ਨਾ, ਮਹਾਰਾਜ ਕਹਿੰਦੇ ਜੀਆਂ ਦਾ ਇਹ ਜੰਜਾਲਾਂ ਦੇ ਵਿੱਚ, ਬੰਧਨਾਂ ਦੇ ਅੰਦਰ ਜਿਹੜਾ ਵਰਤਣਾ ਹੈ, ਇਹ ਰਾਸ ਹੀ ਪੈ ਰਹੀ ਹੈ। ਪਤਾ ਹੀ ਨਹੀਂ ਲੱਗ ਰਿਹਾ ਉਹਨਾਂ ਨੂੰ। ਬੰਧਨਾਂ ਦੇ ਬੱਝੇ ਹੋਏ ਜਿਹੜੇ ਆ ਉਹ ਜੀਵ ਪਾਉਂਦੇ ਫਿਰਦੇ ਆ। ਨਾਨਕ ਮੁਸਾ ਗਿਆਨ ਵਿਹੂਣੀ। ਸਤਿਗੁਰੂ ਜੀ ਕਹਿੰਦੇ ਸ਼ੇਖ ਬ੍ਰਹਮ ਗਿਆਨ ਤੋਂ ਸਖਣੀ ਜਿਹੜੀ ਹੈ ਨਾ, ਵਿਹੂਣੀ ਖਾਲੀ ਜਿਹੜੀ ਇਹ ਸ੍ਰਿਸ਼ਟੀ ਹੈ, ਸਤਿਗੁਰੂ ਜੀ ਕਹਿੰਦੇ ਮੁੱਸੇ ਲੁੱਟੀ ਜਾ ਰਹੀ ਹੈ। ਬਹੁਤ ਜ਼ਿਆਦਾ ਇਸ ਰਾਸ ਦੇ ਅੰਦਰ ਜੀਵ ਜਿਹੜੇ ਆ ਲੁੱਟਦੇ ਜਾ ਰਹੇ ਹਨ। ਹਾਏ ਗਿਆ ਜਮ ਕਾਲ। ਅੰਤ ਨੂੰ ਕੀ ਹੈ? ਜਿਹੜਾ ਜਮ ਕਾਲ ਕਰ ਦੇਣ ਵਾਲਾ ਹੈ। ਮੌਤ ਇਸ ਦੇਹ ਨੂੰ ਖਾ ਜਾਵੇਗੀ। ਇਹ ਦੇਹ ਮਿਲੀ ਸੀ ਭਜਨ ਕਰਨ ਨੂੰ, ਤੇ ਰਾਸ ਦੇ ਵਿੱਚ ਹੀ ਉਲਝਿਆ ਰਿਹਾ, ਰਾਸ ਹੀ ਵਹਿੰਦਾ ਰਿਹਾ, ਤੇ ਰਾਸ ਵਿੱਚ ਹੀ ਆਪ ਪਾਤਰ ਬਣ ਕੇ ਤੁਰਿਆ ਫਿਰਦਾ ਰਿਹਾ। ਮਹਾਰਾਜ ਜੀ ਕਹਿੰਦੇ ਨੇ ਖਾਏ ਗਿਆ ਜਮ ਕਾਲ।
ਅੰਤ ਨੂੰ ਜਿਹੜਾ ਜਮ ਕਾਲ ਕਰ ਦੇਣ ਵਾਲਾ ਹੈ ਨਾ, ਮੌਤ ਦਾ ਸੁਨੇਹਾ ਦਿੰਦਾ ਹੈ, ਉਹ ਮੌਤ ਭੇਜਦਾ। ਫਿਰ ਜਮਦੂਤ ਆਉਂਦੇ ਐ ਤੇ ਮੌਤ ਖਾ ਜਾਂਦੀ ਇਸ ਦੇਹ ਦੇ ਤਾਈਂ। ਇਸ ਪ੍ਰਕਾਰ ਹੁਣ ਅੰਤਰੀਵ ਅਰਥ ਸੁਣੋ ਇਸੇ ਸ਼ਲੋਕ ਦੇ। ਘੜੀਆ ਸਭੇ ਗੋਪੀਆ। ਸਾਧ ਸੰਗਤ ਜੀ, ਇਹ ਇੰਦਰੀਆਂ ਰੂਪੀ ਗੋਪੀਆਂ ਹਨ, ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਰੂਪੀ ਗੋਪੀਆਂ ਨੂੰ ਘੜ ਲਿਆ ਹੈ ਮਹਾਰਾਜ ਦੇ ਸ਼ਬਦ ਨਾਲ। ਅੱਖਾਂ ਨੂੰ ਪਰਾਇਆ ਰੂਪ ਵੇਖਣ ਤੋਂ ਰੋਕ ਲਿਆ ਹੈ, ਕੰਨਾਂ ਨੂੰ ਨਿੰਦਾ ਚੁਗਲੀ ਸੁਣਨ ਤੋਂ ਰੋਕ ਲਿਆ ਹੈ, ਜੀਭਾਂ ਨੂੰ ਝੂਠ ਬੋਲਣ ਤੋਂ ਰੋਕ ਲਿਆ ਹੈ, ਸਵਾਦਾਂ ਦੇ ਚਖਣ ਤੋਂ ਸੰਕੋਚ ਲਿਆ ਹੈ, ਪੈਰਾਂ ਕਰਕੇ ਕੁਸੰਗਤ ਵਿੱਚ ਨਹੀਂ ਚੱਲ ਕਰਕੇ ਜਾਂਦੇ, ਹੱਥਾਂ ਕਰਕੇ ਬੁਰਾ ਕਰਮ ਨਹੀਂ ਕਰਦੇ ਹਨ। ਘੜੀਆਂ ਸਭੇ ਗੋਪੀਆਂ। ਗੋਪੀਆਂ ਕੌਣ ਨੇ? ਇਹ ਸਾਡੀਆਂ ਇੰਦਰੀਆਂ। ਇੰਦਰੀਆਂ ਰੂਪੀ ਗੋਪੀਆਂ ਨੂੰ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਘੜਨਾ ਕੀਤਾ ਸ਼ਬਦ ਦੇ ਨਾਲ। ਪਹਿਰ ਕੰਨ ਗੋਪਾਲ। ਤੇ ਗੋਪਾਲ ਜੋ ਪ੍ਰਿਥਵੀ ਦਾ ਪਾਲ ਪਰਮੇਸ਼ਕ ਹੈ ਨਾ, ਸਾਧ ਸੰਗਤ ਜੀ, ਉਹਨਾਂ ਨੇ ਮਨ ਰੂਪੀ ਇੱਥੇ ਮਨ ਕਾਨ ਕ੍ਰਿਸ਼ਨ ਦੀ ਨਿਆਈ ਦਿਖਾਇਆ ਹੈ। ਤੇ ਮਨ ਰੂਪੀ ਕ੍ਰਿਸ਼ਨ ਦੇ ਉੱਪਰ ਉਹਨਾਂ ਨੇ ਪ੍ਰਿਥਵੀ ਦੇ ਪਾਲਕ ਪਰਮੇਸ਼ਰ ਦੇ ਨਾਮ ਦਾ ਪਹਿਰ ਕੀ ਪਹਿਰਾ ਦੇਣਾ ਕੀਤਾ ਹੈ। ਹਰ ਵੇਲੇ ਨਾਮ ਦਾ ਪਹਿਰਾ ਆਪਣੇ ਮਨ ਰੂਪੀ ਕ੍ਰਿਸ਼ਨ ਦੇ ਉੱਪਰ ਰੱਖਿਆ ਹੈ। ਗਹਿਣੇ ਪਾਉਣ ਪਾਣੀ ਬੈ ਸੰਤਰ। ਫਿਰ ਸਾਧ ਸੰਗਤ ਜੀ, ਪਾਉਣ ਤੋਂ ਕੀ ਹੈ? ਰਜੋ ਗੁਣ। ਤੇ ਇਸ ਪ੍ਰਕਾਰ ਪਾਣੀ ਤੋਂ ਕੀ ਹੈ? ਸਤੋ ਗੁਣ। ਤੇ ਜਿਹੜੀ ਬਸੰਤਰ ਅੱਗ ਹੈ, ਅੱਗ ਤੋਂ ਕੀ ਹੈ? ਤਮੋ ਗੁਣ। ਇਹ ਤਿੰਨਾਂ ਗੁਣਾਂ ਦਾ ਤਿਆਗ ਕਰਨ ਰੂਪ ਉਹਨਾਂ ਨੇ ਗਹਿਣੇ ਪਹਿਰੇ ਹੋਏ ਆ ਗੁਰਮੁਖਾਂ ਨੇ। ਉਹ ਨਾ ਤਾਂ ਰਜੋਗੁਣੀ ਬਣਦੇ ਐ, ਕਿਉਂਕਿ ਰਜੋਗੁਣ ਦਾ ਸੁਭਾਅ ਹੁੰਦਾ ਹੈ ਪਦਾਰਥਾਂ ਨੂੰ ਇਕੱਠੇ ਕਰਨਾ, ਦੂਸਰੇ ਤੇ ਪ੍ਰਭਾਵ ਪਾਉਣਾ। ਇਹ ਉਹਨਾਂ ਦਾ ਸੁਭਾਅ ਨਹੀਂ ਰਹਿੰਦਾ ਹੈ। ਫਿਰ ਜੇ ਸਤਕਰਮ ਕਰਦੇ ਐ ਤੇ ਉਹਨਾਂ ਅੰਦਰ ਉਹਦੀ ਵਡਿਆਈ ਦੀ ਇੱਛਾ ਨਹੀਂ ਰਹਿੰਦੀ, ਇਸ ਕਰਕੇ ਸਤੋਗੁਣ ਦਾ ਪ੍ਰਭਾਵ ਵੀ ਮਰ ਜਾਂਦਾ ਹੈ। ਤੇ ਤਮੋ ਗੁਣੀ ਤਾਂ ਉਹ ਘੋਰ ਹੁੰਦੇ ਹੀ ਨਹੀਂ, ਕਿਸੇ ਨੂੰ ਕੌੜਾ ਨਹੀਂ ਬੋਲਦੇ। ਸਾਧ ਸੰਗਤ ਜੀ, ਕਿਸੇ ਦੇ ਬਾਰੇ ਬੁਰਾ ਨਹੀਂ ਸੋਚਦੇ। ਇਸ ਤਰ੍ਹਾਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਅਤੀਤ ਹੋਣ ਰੂਪ ਉਹਨਾਂ ਨੇ ਇਹ ਗਹਿਣਾ ਹੀ ਪਹਿਰਿਆ ਹੋਇਆ ਹੈ। ਚੰਦ ਸੂਰਜ ਅਵਤਾਰ। ਚੰਦਰਦਾਨੀ ਦੀ ਨਿਆਈ ਕੀ ਹੈ? ਸਾਧ ਸੰਗਤ ਜੀ, ਭੈਰਾਗ। ਤੇ ਸੂਰਜ ਦੀ ਨਿਆਈ ਕੀ ਹੈ? ਵਿਵੇਕ ਗਿਆਨ। ਉਹਨਾਂ ਦੇ ਅੰਦਰ ਫਿਰ ਬੈਰਾਗ ਦਾ ਤੇ ਵਿਵੇਕ ਦਾ ਅਵਤਾਰ ਹੋ ਜਾਂਦਾ ਹੈ। ਭਾਵ ਉਹਨਾਂ ਦੇ ਅੰਦਰ ਜਿਹੜਾ ਹੈ ਵੈਰਾਗ ਰੂਪੀ ਚੰਦਰਮਾ ਚੜ੍ਹ ਜਾਂਦਾ ਹੈ ਤੇ ਗਿਆਨ ਰੂਪੀ ਸੂਰਜ ਉਦੇ ਹੋ ਆਉਂਦਾ, ਚੜ੍ਹ ਆਉਂਦਾ ਹੈ। ਅਵਿਦਿਆ ਰੂਪੀ ਰਾਤ ਬਤੀਤ ਹੋ ਜਾਂਦੀ ਹੈ, ਗਿਆਨ ਰੂਪੀ ਸੂਰਜ ਚੜ੍ਹ ਜਾਂਦਾ ਏ। ਸਗਲੀ ਧਰਤੀ ਮਾਲ ਧਨ। ਫਿਰ ਸਾਧ ਸੰਗਤ ਜੀ, ਇਹ ਸਾਰੀ ਧਰਤੀ ਕੀ ਹੈ? ਭਾਵ ਉਹਨਾਂ ਦੀ ਜੋ ਬੁੱਧੀ ਹੈ, ਉਹਨਾਂ ਨੇ ਇਹ ਮਨ ਵਿੱਚ ਗਿਆਨ ਹਾਸਲ ਕਰ ਲਿਆ ਕਿ ਇਹ ਜਿਹੜਾ ਮਾਲ ਧਨ ਹੈ ਨਾ, ਹਾਥੀ ਘੋੜੇ ਮੱਝਾਂ ਗਊਆਂ, ਤੇ ਇਹ ਜਿਹੜਾ ਧਨ ਹੈ ਇਹ ਕੇਵਲ ਬੁੱਧੀ ਵਿੱਚ ਕਲਪਤ ਮਾਤਰ ਹੀ ਹੈ। ਇਹ ਤਾਂ ਪਰਲੋਕ 'ਚ ਕੰਮ ਹੀ ਨਹੀਂ ਆਉਂਦਾ। ਉਹਨਾਂ ਨੂੰ ਪਤਾ ਚੱਲ ਗਿਆ ਕਿ ਇਹ ਸਾਰਾ ਕਲਪਤ ਮਾਤਰ ਹੀ ਹੈ। ਇੱਥੇ ਜਿਵੇਂ ਨਾਟਕ ਦੀਆਂ ਚੀਜ਼ਾਂ ਸੱਚੀਆਂ ਨਹੀਂ ਹੁੰਦੀਆਂ ਨਾ, ਇਵੇਂ ਸਾਧ ਸੰਗਤ ਜੀ ਇਹ ਧਨ ਸੱਚਾ ਨਹੀਂ ਹੈ। ਇਹ ਤਾਂ ਜਿਹੜਾ ਮਰਜ਼ੀ ਮੋਹਰ ਲਾ ਕੇ ਆਪਣੀ ਤੇ ਆਪਣਾ ਕੋਈ ਕਾਗਜ਼ ਤੇ ਮੋਹਰ ਲਾ ਦਿਓ, ਅਮਰੀਕਾ ਵਾਲੇ ਲਾ ਦੇਣ ਤੇ ਡਾਲਰ ਬਣ ਜਾਂਦਾ ਹੈ, ਇੰਡੀਆ ਵਾਲੇ ਲਾ ਦੇਣ ਤੇ ਰੁਪਈਆ ਬਣ ਜਾਂਦਾ ਹੈ, ਤਾਂ ਕਾਗਜ਼ ਹੀ ਨਾ। ਉਹਨਾਂ ਨੇ ਜਾਣ ਲਿਆ ਕਿ ਕੇਵਲ ਕਲਪਤ ਮਾਤਰ ਹੀ ਹੈ ਸਾਰਾ ਜੋ ਪਦਾਰਥਾਂ ਦਾ ਸਮੁਦਾਇ ਹੈ ਅਤੇ ਜੋ ਧਨ ਆਦਿਕ ਹੈ। ਵਰਤਣ ਸਰਬ ਜੰਜਾਲ। ਇਹਨਾਂ ਦਾ ਵਰਤਣਾ ਜਿਹੜਾ ਨਾ ਪਦਾਰਥਾਂ ਦਾ, ਇਹ ਸਾਰਾ ਜੰਜਾਲ ਹੀ ਹੈ, ਬੰਧਨ ਹੀ ਹੈ। ਇਹ ਉਹਨਾਂ ਨੂੰ ਪਤਾ ਲੱਗ ਗਿਆ ਹੈ। ਨਾਨਕ ਮੁਸਾ ਗਿਆਨ ਵਿਹੂਣੀ। ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਨੇ ਇਸ ਗਿਆਨ ਦੇ ਨਾਲ ਨਾ, ਕਹਿੰਦੇ ਨੇ ਮਾਇਆ ਨੇ ਸਾਰੇ ਸੰਸਾਰ ਨੂੰ ਠੱਗ ਲਿਆ, ਪਰ ਮਾਇਆ ਹਰ ਜਨ ਠਾਗੀ। ਹਰੀ ਦੇ ਜਨਾਂ ਨੇ ਉਲਟਾ ਮਾਇਆ ਨੂੰ ਹੀ ਠੱਗ ਲਿਆ ਹੈ। ਨਾਨਕ ਮੁਸਾ, ਇਹ ਅੰਤਰੀਵ ਅਰਥਾਂ ਤੋਂ ਇੱਥੇ ਵਿਸ਼ਰਾਮ ਲਾ ਲੈਣਾ, ਉੱਦਾਂ ਵਿਸ਼ਰਾਮ ਉੱਥੇ ਹੀ ਹੈ। ਨਾਨਕ ਮੁਸੈ, ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਨੇ ਉਲਟਾ ਮਾਇਆ ਹੀ ਨਹੀਂ ਮੁੱਸ ਲਿਆ ਹੈ, ਠੱਗ ਲਿਆ ਹੈ। ਮਾਇਆ ਹਰ ਜਨ ਠਾਗੀ। ਜਿਵੇਂ ਹਰੀ ਦੇ ਜਨ ਪਿਆਰੇ ਮਾਇਆ ਨੂੰ ਹੀ ਉਲਟ ਕੇ ਠੱਗ ਲੈਂਦੇ ਹਨ ਕਿ ਮਾਇਆ ਦਾ ਛਲ ਨਹੀਂ ਆਪਣੇ ਆਪ ਤੇ ਚੱਲਣ ਦਿੰਦੇ, ਤੇ ਉਲਟਾ ਮਾਇਆ ਨੂੰ ਹੀ ਠੱਗ ਲੈਂਦੇ, ਮਾਇਆ ਕੋਲੋਂ ਹੀ ਕੰਮ ਕਰਾਉਣ ਲੱਗ ਜਾਂਦੇ ਆ, ਮਾਇਆ ਤੋਂ ਹੀ ਧਰਮ ਕਰਮ ਕਰਨ ਲੱਗ ਜਾਂਦੇ ਆ।
ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਬਾਕੀ ਜੋ ਸ੍ਰਿਸ਼ਟੀ ਹੈ ਫਿਰ ਪੜੋ। ਨਾਨਕ ਮੁਸਾ ਗਿਆਨ ਵਿਹੂਣੀ। ਤੇ ਜਿਹੜੇ ਗਿਆਨ ਤੋਂ ਵਿਹੂਣੇ ਆ, ਸਤਿਗੁਰੂ ਜੀ ਕਹਿੰਦੇ ਭਾਈ ਰੱਬ ਦੇ ਪਿਆਰਿਆਂ ਨੇ ਤਾਂ ਨਾਮ ਦੀ ਬਰਕਤ ਨਾਲ ਮੁੱਸ ਲਈ ਹੈ ਮਾਇਆ ਤੇ ਸ੍ਰਿਸ਼ਟੀ, ਵਕਾਰ ਠੱਗ ਲਏ ਸਾਰੇ ਹੀ। ਹਾਏ ਗਿਆ ਜਮ ਕਾਲ। ਤੇ ਜਿਹੜੇ ਗਿਆਨ ਤੋਂ ਵਿਹੂਣੇ ਆ ਸੰਸਾਰ ਦੇ ਅੰਦਰ ਜੀਵ ਖਾਲੀ ਹਨ, ਖਾਏ ਗਿਆ ਜਮ ਕਾਲ, ਉਹਨਾਂ ਨੂੰ ਫਿਰ ਸਾਧ ਸੰਗਤ ਜੀ ਜਮ ਜਿਹੜਾ ਕਾਲ ਕਰ ਦੇਣ ਵਾਲਾ ਹੈ ਨਾ ਉਹ ਖਾ ਗਿਆ ਹੈ। ਉਹਨਾਂ ਦਾ ਜਿਹੜਾ ਹੈ ਨਾ ਭੋਜਨ ਕਰਕੇ ਹੀ ਕਾਲ ਨੇ ਉਹਨਾਂ ਨੂੰ ਖਾ ਲਿਆ ਹੈ। ਉਹਨਾਂ ਨੇ ਕੋਈ ਆਪਣੀ ਦੇਹੀ ਦਾ ਲਾਭ ਨਹੀਂ ਖੱਟਿਆ। ਫਿਰ ਇਸੇ ਪ੍ਰਕਾਰ ਹੀ ਘੜੀਆ ਸਭੇ ਗੋਪੀਆ। ਸਾਧ ਸੰਗਤ ਜੀ ਗੋਪੀਆਂ ਦੀ ਨਿਆਈ ਕੀ ਹਨ? ਸਾਡੇ ਮਨ ਦੀਆਂ 5 ਬਿਰਤੀਆਂ ਨੇ, ਪ੍ਰਮਾਣ, ਵਿਪਰਜੈ, ਨਿੰਦਰਾ, ਵਿਕਲਪ ਤੇ ਸਿਮਰਤੀ। ਇਹ 5 ਬਿਰਤੀਆਂ ਸਾਡੇ ਮਨ ਦੀਆਂ। ਜਦੋਂ ਭਜਨ ਕਰਨ ਲੱਗਦੀ ਆ ਨਾ, ਜੀਵ ਭਜਨ ਕਰਨ ਵਾਸਤੇ ਬੈਠ ਜਾਵੇ ਤੇ ਪਹਿਲਾਂ ਤਾਂ ਉਹਨੂੰ ਫਿਰ ਨੀਂਦ ਹੀ ਆਉਣ ਲੱਗ ਜਾਂਦੀ ਹੈ। ਤੇ ਨੀਂਦ ਵਿੱਚ ਕੀ ਹੁੰਦਾ? ਭਜਨ ਥੋੜਾ ਹੁੰਦਾ, ਅਵਿਦਿਆ ਵਿੱਚ ਚਲਿਆ ਜਾਂਦਾ ਹੈ। ਤੇ ਫਿਰ ਪ੍ਰਮਾਣ ਬਿਰਤੀ ਜਾਗ ਪੈਂਦੀ ਹੈ ਜੇ ਨੀਂਦ ਨਾ ਆਵੇ ਤਾਂ। ਪ੍ਰਮਾਣ ਬਿਰਤੀ ਕੀ ਕਹਿੰਦੀ ਆ? ਉਹ ਦਿਸਣ ਵਾਲੀਆਂ ਚੀਜ਼ਾਂ ਜਿਹੜੀਆਂ ਕਹਿੰਦੇ ਸੱਤਵ ਹੈ। ਜੋ ਸੰਸਾਰ ਦਿਸ ਰਿਹਾ ਕਹਿੰਦਾ ਵੇਖੋ ਸਾਰਾ ਕੁਝ ਦਿਸਦਾ, ਇਹ ਝੂਠ ਕਿਵੇਂ ਹੋ ਸਕਦਾ ਹੈ? ਦਿਸ ਰਿਹਾ ਹੈ, ਦਿਸਣ ਨੂੰ ਤਾਂ ਬਹੁਤ ਕੁਝ ਦਿਸਦਾ ਹੈ ਪਰ ਸੱਤ ਨਹੀਂ ਹੁੰਦਾ ਹੈ, ਅਣਹੋਇਆ ਹੈ। ਪਰ ਇਹਨੂੰ ਕਹਿੰਦਾ ਪ੍ਰਮਾਣ ਜਿਹੜੀ ਬਿਰਤੀ ਹੈ ਨਾ ਮਨ ਦੀ, ਉਹ ਕਹਿੰਦੀ ਨਹੀਂ ਨਹੀਂ ਸੱਤ ਹੈ ਸਾਰਾ ਕੁਝ। ਇਉਂ ਦਿਖਣ ਵਾਲੀਆਂ ਚੀਜ਼ਾਂ ਸੱਚ ਭਾਸਦੀਆਂ ਨੇ। ਤੇ ਫਿਰ ਸਾਧ ਸੰਗਤ ਜੀ ਵਿਪਰਜੈ ਬਿਰਤੀ ਹੁੰਦੀ ਹੈ। ਇਹ ਹੁੰਦੀ ਹੈ ਦੁਰਮਤ ਕਰਕੇ, ਹਰ ਵੇਲੇ ਉਲਟੀ ਖਿਆਲ ਆਉਣਾ, ਸਿੱਧਾ ਖਿਆਲ ਹੀ ਨਹੀਂ ਮਨ ਵਿੱਚ ਆਉਣਾ। ਜੇ ਸਤਿਗੁਰੂ ਜੀ ਦਾ ਉਪਦੇਸ਼ ਸੁਣ ਰਿਹਾ ਤੇ ਤਾਂ ਵੀ ਤਰਕ ਆਉਣੀ ਮਨ 'ਚ ਵਿਪਰਜੈ ਬਿਰਤੀ ਨਾਲ। ਪੂਰੇ ਗੁਰੂ ਜੀ ਦੇ ਕਹੇ ਹੋਏ ਪੂਰੇ ਵਾਕ ਦੇ ਉੱਤੇ ਸ਼ਰਧਾ ਨਹੀਂ ਆਉਣੀ, ਸਗੋਂ ਉੱਤੇ ਆ ਕਰਕੇ ਤਰਕ ਕਰਨੀ ਕਿ ਕਿਵੇਂ ਹੋ ਸਕਦਾ ਹੈ, ਇਹ ਨਹੀਂ ਹੋ ਸਕਦਾ। ਇਹ ਵਿਪਰਜੈ ਬਿਰਤੀ ਹੈ। ਪ੍ਰਮਾਣ, ਵਿਪਰਜੈ ਤੇ ਸਾਧ ਸੰਗਤ ਜੀ ਇਸ ਪ੍ਰਕਾਰ ਨਿੰਦਰਾ। ਤੇ ਫਿਰ ਹੈ ਸਿਮਰਤੀ। ਸਿਮਰਤੀ ਉਹ ਬਿਰਤੀ ਹੈ ਜਿਹਦੇ ਨਾਲ ਪਿਛਲੀਆਂ ਗੱਲਾਂ ਦਾ ਖਿਆਲ ਆਈ ਜਾਂਦਾ ਸਿਮਰਨ ਕਰਦਿਆਂ ਹੋਇਆਂ। ਜਿਹੜੀਆਂ ਹੋ ਬੀਤ ਗਈਆਂ ਨੇ ਸਿਮਰਨ ਵਿੱਚ ਬੈਠਾ ਤੇ ਉਹਨਾਂ ਨੂੰ ਚੇਤੇ ਕਰੀ ਜਾਂਦਾ ਮਨ। ਇਹ ਸਾਧ ਸੰਗਤ ਜੀ ਬਿਰਤੀ। ਫਿਰ ਜਿਹੜੀ ਹੈ ਵਿਕਲਪ ਬਿਰਤੀ ਹੈ। ਵਿਕਲਪ ਉਹ ਬਿਰਤੀ ਹੈ ਕਿ ਭਜਨ ਸਿਮਰਨ ਤਾਂ 5 ਮਿੰਟ ਕੀਤਾ ਤੇ ਆਸਾ ਕਰ ਰਿਹਾ ਵੀ ਲੈ ਵੀ ਹੁਣ ਬਿਰਤੀ ਜੁੜ ਗਈ ਨਾ, ਭਜਨ ਦਾ ਫਲ ਮਿਲੇ ਤੇ ਇੰਨਾ ਕਾਰੋਬਾਰ ਮਿਲ ਜੇ, ਮੈਨੂੰ ਨਾ ਹੁਣ ਸਿੱਧੀਆਂ ਹੀ ਮਿਲ ਜਾਣ, ਲੋਕ ਤਾਂ ਮੱਥੇ ਹੀ ਟੇਕਣ ਲੱਗ ਜਾਣ ਤੇ ਪਤਾ ਲੱਗ ਜਾਏ ਵੀ ਇਹ ਤਾਂ ਸੰਤ ਜੀ ਨੇ, ਇਹ ਤਾਂ ਗੁਰਮੁਖ ਹੈ, ਬਹੁਤ ਜ਼ਿਆਦਾ ਭਜਨ ਵਿੱਚ ਤਾਂ ਜੁੜੀ ਗਏ ਆ। ਇਉਂ ਇਹ ਵਿਕਲਪ ਬਿਰਤੀ ਹੈ ਵੀ ਭਜਨ ਥੋੜਾ ਕਰਨਾ ਤੇ ਫਲ ਦੀ ਇੱਛਾ ਬਾਹਲੀ ਜਾਗ ਪੈਣੀ। ਇਹ ਜਿਹੜੀ ਵਿਕਲਪ ਬਿਰਤੀ ਹੈ। ਇਹ 5 ਬਿਰਤੀਆਂ ਨਾ ਜਿਹੜੀਆਂ ਮਨ ਦੀਆਂ, ਇਹ ਸਾਧ ਸੰਗਤ ਜੀ ਭਜਨ 'ਚ ਨਹੀਂ ਟਿਕਣ ਦਿੰਦੀਆਂ। ਜਦੋਂ ਇਹਨਾਂ 5 ਤੋਂ ਬਾਹਰ ਆਉਂਦਾ ਨਾ ਉਦੋਂ ਭਜਨ ਵਿੱਚ ਸੁਰਤ ਜੁੜਦੀ ਹੈ ਜਾ ਕਰਕੇ। ਤਾਂ ਹਜੂਰ ਫਰਮਾਉਂਦੇ ਆ ਘੜੀਆ ਸਭੇ ਗੋਪੀਆ। ਇਹ ਮਨ ਦੀਆਂ 5 ਬਿਰਤੀਆਂ ਰੂਪੀ ਗੋਪੀਆਂ ਜਿਨ੍ਹਾਂ ਨੇ ਘੜ ਲਈਆਂ ਨੇ ਸਿਮਰਨ ਦੇ ਨਾਲ, ਛੱਡ ਦਿੱਤੀਆਂ 5 ਬਿਰਤੀਆਂ ਤੇ ਸਿਮਰਨ ਵਿੱਚ ਆ ਕੇ ਟਿਕ ਗਏ ਆ। ਬਹਿਰ ਕੰਨ ਗੋਪਾਲ। ਸਾਧ ਸੰਗਤ ਜੀ ਪ੍ਰithvi ਦੇ ਪਾਲਕ ਦੇ ਨਾਮ ਦਾ ਉਹਨਾਂ ਨੇ ਕੀ ਹੈ? ਕਾਂ ਨਾਮ ਹੁੰਦਾ ਸੁੱਖ ਦਾ, ਅਨ ਨਾਮ ਹੁੰਦਾ ਚੇਸ਼ਟਾ ਦੇ ਕਰਾਉਣ ਦਾ। ਜਿਹੜਾ ਨਾਮ ਹੈ ਨਾ ਪ੍ਰithvi ਦੇ ਪਾਲਕ ਦਾ, ਉਹ ਸੁੱਖ ਦਾ ਅਨੁਭਵ ਕਰਾਉਂਦਾ ਅੰਦਰ, ਸਾਨੂੰ ਦੱਸਦਾ ਨਾਮ ਕਿ ਸੁੱਖ ਕੀ ਹੈ ਤੇ ਤੂੰ ਕਿੱਥੋਂ ਲੱਭਦਾ ਫਿਰਦਾ ਹੈ। ਤੇ ਉਹਨਾਂ ਨੇ ਫਿਰ ਉਹ ਸੁੱਖ ਸਰੂਪ ਦੇ ਦਾ ਨਾਮ ਦੇ ਨਾਲ ਜਿਹੜਾ ਸੁੱਖ ਮਿਲਿਆ ਹੈ ਆਤਮਿਕ ਆਨੰਦ ਦਾ, ਉਹ ਸੁੱਖ ਰੂਪ ਉਹਨਾਂ ਨੇ ਪੁਸ਼ਾਕਾ ਹੀ ਪਹਿਰ ਲਿਆ ਹੈ। ਗਹਿਣੇ ਪਾਉਣ ਪਾਣੀ ਬਹਿ ਸੰਤਰ। ਸਾਧ ਸੰਗਤ ਜੀ ਪਾਣੀ ਦੀ ਨਿਆਈ ਉਹਨਾਂ ਦਾ ਚਿੱਤ ਸ਼ਾਂਤ ਹੋ ਗਿਆ ਹੈ, ਪਾਉਣ ਦੀ ਨਿਆਈ ਉਹ ਨਿਰਲੇਪ ਹੋ ਗਏ ਹੈ, ਤੇ ਅੱਗ ਦੀ ਨਿਆਈ ਉਹਨਾਂ ਦੇ ਅੰਦਰ ਪ੍ਰਚੰਡ ਗਿਆਨ ਪ੍ਰਗਟ ਹੋ ਗਿਆ ਹੈ। ਇਹ ਸ਼ੁਭ ਗੁਣਾਂ ਦੇ ਉਹਨਾਂ ਨੇ ਗਹਿਣੇ ਜਿਹੜੇ ਹਨ ਉਹ ਪਹਿਰ ਲਏ ਹਨ। ਚੰਦ ਸੂਰਜ ਅਵਤਾਰ। ਫਿਰ ਸਾਧ ਸੰਗਤ ਜੀ ਇੱਥੇ ਸੂਰਜ ਤੋਂ ਕੀ ਲੈਣਾ? ਇਹ ਪ੍ਰਕਰਣ ਤੋਂ ਹੈ। ਅਗਿਆਨ ਰੂਪੀ ਸੂਰਜ ਜਿਹੜਾ ਰਾਗ ਦਵੈਸ਼ ਦੀਆਂ ਕਿਰਨਾਂ ਲਾ ਕੇ ਸਾੜ ਰਿਹਾ ਸੀ ਨਾ,
ਉਹਨਾਂ ਨੇ ਉਹਨੂੰ ਮੱਧਮ ਪਾ ਦਿੱਤਾ। ਉਹਨਾਂ ਦੇ ਅੰਦਰ ਸ਼ਾਂਤੀ ਦੇਣ ਵਾਲੀ, ਠੰਡਕ ਦੇਣ ਵਾਲੀ ਨਾਮ ਦੀ ਜਿਹੜੀ ਸੀ ਨਾ, ਚੰਦਰਮਾ ਦੀ ਰੌਸ਼ਨਾਂ ਦੀ ਤਰ੍ਹਾਂ, ਉਹ ਚਾਂਦਨੀ ਨਾਮ ਦੀ ਪ੍ਰਗਟ ਹੋ ਗਈ। ਸਗਲੀ ਧਰਤੀ ਮਾਲ ਧਨ। ਉਹਨਾਂ ਨੇ ਇਹ ਜਾਣ ਲਿਆ ਕਿ ਸਾਰੀ ਧਰਤੀ ਤੇ ਜਿੰਨਾ ਵੀ ਮਾਲ ਧਨ ਹੈ ਨਾ, ਇਹ ਜੀਆਂ ਦੇ ਪੁੰਨਾਂ ਕਰਕੇ ਹੀ ਪ੍ਰਾਪਤ ਹੋ ਰਿਹਾ ਹੈ। ਤੇ ਐਵੇਂ ਮਨਾਂ ਛਾਲਾਂ ਨਹੀਂ ਮਾਰਨੀਆਂ ਚਾਹੀਦੀਆਂ, ਆਪਣੀ ਪਰਰਬਦ ਦੇ ਵਿੱਚ ਹੀ ਪ੍ਰਸੰਨ ਰਹਿਣਾ ਚਾਹੀਦਾ ਹੈ। ਸਗਲੀ ਧਰਤੀ ਮਾਲ ਧਨ, ਉਹਨਾਂ ਨੇ ਸਮਝ ਲਿਆ ਕਿ ਇਹ ਬੁੱਧੀ ਜਿਹੜੀ ਹੈ ਧਰਤੀ ਦੀ ਨਿਆਈ ਹੈ, ਤੇ ਮਾਲ ਧਨ ਜਿਹੜਾ ਹੈ ਨਾ ਇੱਥੇ ਇਹ ਵਰਤਣ ਨੂੰ, ਜਿੰਨੇ ਵੀ ਇਹ ਅਸਬਾਬ ਆਦਿਕ ਹਨ, ਜੋ ਵੀ ਪਦਾਰਥ ਆਦਿਕ ਹਨ, ਤੇ ਧਨ ਜੋ ਰੋਕੜੀ ਹੈ, ਵਰਤਣ ਸਰਬ ਜੰਜਾਲ। ਇਹਨਾਂ ਦਾ ਵਰਤਣਾ ਕੇਵਲ ਬੁੱਧੀ ਵਿੱਚ ਜੰਜਾਲ ਹੀ ਪਾਉਂਦਾ ਹੈ, ਬੰਧਨ ਹੀ ਮਾਰਦਾ ਹੈ। ਸਾਧ ਸੰਗਤ ਜੀ, ਜਦੋਂ ਜੀਵ ਇਕੱਲਾ ਹੁੰਦਾ ਹੈ, ਮਾਤਾ ਪਿਤਾ ਦਾ ਹੀ ਬੰਧਨ ਹੁੰਦਾ ਹੈ। ਮਹਾਰਾਜ ਜੀ ਨੇ ਤਾਂ ਬੰਧਨ ਇਹਦੇ ਜਨਮ ਤੋਂ ਲਿਖਿਆ ਕਿ ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ। ਇਹ ਮਹਾਰਾਜ ਜੀ ਨੇ ਸਤਸੰਗੀਆਂ ਸੁਣਿਆ, ਕਈ ਵਾਰੀ ਇਹ ਪ੍ਰਮਾਣ ਆਇਆ ਹੈ, ਇਸ ਕਰਕੇ ਸਮਾਂ ਜ਼ਿਆਦਾ ਲੱਗੇਗਾ, ਮੈਂ ਦੁਹਰਾਉਣਾ ਨਹੀਂ। ਸਾਧ ਸੰਗਤ ਜੀ, ਇਹ ਬੰਧਨ ਹੀ ਬੰਧਨ ਪਏ ਜਾਂਦੇ ਆ। ਤੇ ਫਿਰ ਇਹ 10 ਅਵਸਥਾ ਮਹਾਰਾਜ ਜੀ ਨੇ ਗਿਣੀਆਂ, ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ। ਤੇ ਇਹ ਜਦੋਂ ਸਾਧ ਸੰਗਤ ਜੀ ਇਸ ਤੋਂ ਉੱਪਰ ਜਾਂਦਾ ਹੈ ਨਾ, ਜਦੋਂ ਜਵਾਨੀ ਤੋਂ ਉੱਪਰ ਆਉਂਦਾ ਹੈ, ਫਿਰ ਵਿਆਹ ਕਾਰਜ ਹੁੰਦਾ ਹੈ, ਇਸਤਰੀ ਦੇ ਮੋਹ ਦਾ ਬੰਧਨ ਪੈਂਦਾ ਹੈ। ਫਿਰ ਸਾਧ ਸੰਗਤ ਜੀ ਇਹਨੂੰ ਪੁੱਤਰਾਂ ਦਾ, ਧੀਆਂ ਦਾ, ਉਹਨਾਂ ਦੇ ਵਿਆਹ ਕਾਰਜਾਂ ਦਾ, ਮਾਇਆ ਦੇ ਇਕੱਠੀ ਕਰਨ ਦਾ, ਘਰ ਦੇ ਚਲਾਉਣ ਦਾ, ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਉਮਰ ਕਦੋਂ ਲੰਘ ਗਈ। ਸਾਰਾ ਹੀ ਇਹਦਾ ਜੀਵਨ ਲੰਘ ਜਾਂਦਾ ਹੈ। ਤੇ ਫਿਰ ਇਹਨੂੰ ਜਦੋਂ ਵਿਆਹ ਦਿੰਦਾ ਬੱਚੇ, ਉਹ ਫਿਰ ਆਪੋ ਆਪਣੇ ਥਾਮੀ ਲੱਗ ਜਾਂਦੇ ਆ। ਫਿਰ ਵੇਖਦਾ ਕਿ ਆਪਣਾ ਤਾਂ ਕੋਈ ਵੀ ਨਹੀਂ ਇਸ ਸੰਸਾਰ ਦੇ ਅੰਦਰ, ਬੰਧਨ ਹੀ ਪਏ ਹੋਏ ਆ, ਸੋਝੀ ਨਹੀਂ ਆਉਂਦੀ ਹੈ। ਇਹ ਬੁੱਧੀ ਦੇ ਅੰਦਰ ਮਹਾਰਾਜ ਕਹਿੰਦੇ ਭਾਈ ਸਾਰੇ ਬੰਧਨ ਹੀ ਪਾਉਂਦੇ ਆ, ਗੁਰਮੁਖ ਜਾਣ ਲੈਂਦੇ ਆ ਗਿਆਨ ਦੀ ਰੌਸ਼ਨੀ ਨਾਲ। ਸਗਲੀ ਧਰਤੀ ਮਾਲ ਧਨ। ਇਹ ਸਾਰੀ ਧਰਤੀ ਜਿਹੜੀ ਹੈ ਨਾ, ਬੁੱਧੀ ਰੂਪੀ ਧਰਤੀ ਦੇ ਅੰਦਰ ਜਿਹੜਾ ਇਹ ਮਾਲ ਧਨ ਜੋ ਵੀ ਅਸਬਾਬ ਆਦਿਕ ਹੈ, ਵਰਤਣ ਸਰਬ ਜੰਜਾਲ। ਇਹਦਾ ਵਰਤਣਾ ਜਿਹੜਾ ਬੁੱਧੀ ਵਿੱਚ ਜੰਜਾਲ ਹੀ ਹੈ। ਸਾਰੇ ਜੀਆਂ ਦਾ ਜਿਹੜਾ ਵਰਤ ਵਿਹਾਰ ਹੈ ਨਾ, ਇਹ ਜੋ ਵੀ ਪਦਾਰਥਾਂ ਦਾ ਸਮੁਦਾਇ ਹੈ ਤੇ ਸਾਧ ਸੰਗਤ ਜੀ ਧਨ ਆਦਿਕ ਹੈ, ਇਹ ਬੁੱਧੀ ਵਿੱਚ ਸਭ ਬੰਧਨ ਹੀ ਮਾਰਦੇ ਆ। ਨਾਨਕ ਮੁਸਾ ਗਿਆਨ ਵਿਹੂਣੀ। ਸਤਿਗੁਰੂ ਜੀ ਕਹਿੰਦੇ ਭਾਈ ਮੁੱਸੇ ਲੁੱਟੇ ਗਏ ਜਿਹੜੇ ਗੁਰੂ ਜੀ ਦੇ ਗਿਆਨ ਤੋਂ ਸਖਣੇ ਆ, ਉਹਨਾਂ ਨੂੰ ਕਿਸੇ ਨੂੰ ਕਾਮ ਨੇ ਲੁੱਟ ਲਿਆ, ਕਿਸੇ ਨੂੰ ਕ੍ਰੋਧ ਨੇ ਲੁੱਟ ਲਿਆ। ਅੰਦਰੋਂ ਸ਼ੁਭ ਗੁਣਾਂ ਦੀ ਸਾਰੀ ਪੂੰਜੀ ਜੀਆਂ ਦੇ ਲੁੱਟੀ ਗਈ। ਸਾਰੀ ਸ੍ਰਿਸ਼ਟੀ ਜਿਹੜੀ ਹੈ ਨਾ, ਗਿਆਨ ਤੋਂ ਵਿਹੂਣੀ ਜਿਹੜੀ ਹੈ, ਸਖਣੀ। ਤੇ ਜੇ ਪੁੱਛੋ ਕਿਸੇ ਨੂੰ, ਕਹਿੰਦਾ ਜੇ ਕਿਸੇ ਨੂੰ ਕਹਿ ਦੋ ਨਾ ਤੂੰ ਮੂਰਖ ਹੈ, ਤੈਨੂੰ ਅਕਲ ਨਹੀਂ ਹੈ, ਬੜਾ ਗੁੱਸਾ ਲੱਗਦਾ ਹੈ। ਤੇ ਹੋਰ ਜੋ ਮਰਜ਼ੀ ਕਹਿ ਦੋ, ਇੰਨਾ ਗੁੱਸਾ ਨਹੀਂ ਕਰਦੇ। ਬੇਵਕੂਫ ਨਹੀਂ ਕੋਈ ਕਹਾ ਸਕਦਾ। ਪਰ ਮਹਾਰਾਜ ਕਹਿੰਦੇ ਵੀ ਗੁਰੂ ਦੇ ਗਿਆਨ ਤੋਂ ਬਿਨਾਂ ਤਾਂ ਸਾਰੇ ਹੀ ਮੂਰਖ ਵਾ। ਜਿਨ ਗੁਰੂ ਨਹੀਂ ਧਾਰਨ ਕੀਤਾ, ਗੁਰੂ ਜੀ ਦਾ ਗਿਆਨ ਨਹੀਂ ਲਿਆ, ਤਾਂ ਮਹਾਰਾਜ ਕਹਿੰਦੇ ਉਹ ਤਾਂ ਭਾਈ ਬੇਵਕੂਫ ਹੀ ਹੈ, ਮੂਰਖ ਹੀ। ਹੁਣ ਸਿੱਧੇ ਸ਼ਬਦਾਂ ਵਿੱਚ ਤਾਂ ਇਉਂ ਹੀ ਕਿਹਾ ਜਾਏਗਾ ਨਾ। ਮਹਾਰਾਜ ਕਹਿੰਦੇ ਜਿਹੜੀ ਸ੍ਰਿਸ਼ਟੀ ਗਿਆਨ ਤੋਂ ਵਿਹੂਣੀ ਆ, ਖਾਲੀ ਆ। ਖਾਏ ਗਿਆ ਜਮਕਾਲ। ਉਹਨਾਂ ਜਦੋਂ ਲੁੱਟੀ ਗਈ ਵਕਾਰਾਂ ਨਾਲ, ਤੇ ਫਿਰ ਖਾਏ ਗਿਆ ਜਮਕਾਲ। ਉਹਨਾਂ ਨੂੰ ਜਮਕਾਲ ਖਾ ਗਿਆ, ਜਿਹੜਾ ਕਾਲ ਅੰਤ ਕਰ ਦਿੰਦਾ ਨਾ, ਜਮ। ਮਹਾਰਾਜ ਕਹਿੰਦੇ ਮੌਤ ਖਾ ਗਈ ਦੇਹ ਦੇ ਤਾਈਂ ਪਦਾਰਥਾਂ 'ਚ ਲੁੱਡੀਆਂ ਪਾਉਂਦੇ ਨੂੰ ਹੀ, ਜਿਹੜੇ ਆਏ ਪਰੇ ਧਰਮ ਰਾਏ ਕੇ ਬੀਚੇ ਧੂਮਾਂ ਧਾਮ। ਉਹ ਧੂਮ ਧੜੱਕਾ ਪਿਆ ਹੀ ਰਹਿੰਦਾ, ਕਦੇ ਉਹਦੇ ਸ਼ਾਦੀ ਹੈ, ਕਦੇ ਉਹਦੇ ਜੰਮ ਪਿਆ ਮੁੰਡਾ, ਕਦੇ ਉਧਰ ਨੂੰ ਚੱਲੋ, ਕਦੇ ਉਧਰ ਨੂੰ ਚੱਲੋ। ਕੀ ਕਰੀਏ, ਸਮਾਂ ਹੀ ਨਹੀਂ ਲੱਗਦਾ ਜੀ। ਕਾਰੋਬਾਰ 'ਚ ਨੱਠੇ ਭੱਜੇ ਹੀ ਫਿਰਦੇ ਆ। ਕਬੀਰ ਸਾਹਿਬ ਜੀ ਕਹਿੰਦੇ ਵੀ ਆਏ ਪਰੇ ਧਰਮ ਰਾਏ ਕਾ, ਉਹ ਧਰਮ ਰਾਜੇ ਦੇ ਭੇਜੇ ਹੋਏ ਫਿਰ ਆ ਜਾਂਦੇ ਆ ਬੀਚੇ ਧੂਮਾਂ ਧਾਮ। ਉਹ ਘਰ ਵਿੱਚ ਧੂਮ ਧੜੱਕਾ ਪਿਆ ਹੁੰਦਾ, ਕੋਈ ਨੱਚ ਰਿਹਾ ਹੁੰਦਾ, ਕੋਈ ਢੋਲ ਵਜਾ ਰਿਹਾ, ਇੱਕ ਬੰਨੇ ਨਾਲ ਹੀ ਪ੍ਰਾਣ ਪੰਖੇਰੂ ਹੋ ਜਾਂਦੇ ਆ। ਉੱਥੇ ਹੀ ਖੁਸ਼ੀਆਂ ਉਹ ਜਿਹੜੀਆਂ ਛੁੱਟ ਜਾਂਦੀਆਂ ਤੇ ਚੀਕ ਚਹਾੜਾ ਪੈ ਜਾਂਦਾ। ਕਬੀਰ ਸਾਹਿਬ ਜੀ ਕਹਿੰਦੇ ਤੂੰ ਜਿਹੋ ਜਿਹਾ ਧੂਮ ਧੜੱਕਾ ਪਾਇਆ ਨਾ, ਇਹ ਮੇਲਾ ਇਹ ਰਹਿਣਾ ਨਹੀਂ ਹੈ। ਖਾਏ ਗਿਆ ਜਮਕਾਲ। ਇਸ ਦੇਹ ਨੂੰ ਜਮਕਾਲ ਖਾ ਜਾਵੇਗਾ, ਮੌਤ ਖਾ ਜਾਵੇਗੀ।
ਇਹ ਦੇਹ ਨਾਲ ਲਾਭ ਲੈ ਲੈ, ਪਰਮੇਸ਼ਰ ਦਾ ਨਾਮ ਜਪ ਲੈ। ਕੀ ਰਾਸ ਦੇ ਵੇਖਣ 'ਚ ਲੱਗਾ ਹੋਇਆ ਏ। ਮਹੱਲਾ ਪਹਿਲਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਗਲੇ ਸ਼ਲੋਕ ਦੇ ਅੰਦਰ ਮਹੱਲੇ ਦੇ ਅੰਦਰ ਮਹਾਰਾਜ ਬਖਸ਼ਿਸ਼ ਕਰਦੇ ਆ। ਵਾਇਨ ਚੇਲੇ ਨਚਨ ਗੁਰ। ਮਹਾਰਾਜ ਜੀ ਹੁਣ ਫੇਰ ਪਹਿਲੇ ਪ੍ਰਕਰਨ ਤੇ ਆ ਜਾਈਏ, ਕਿਉਂਕਿ ਦੋ ਅਰਥ ਜਿਹੜੇ ਅੰਤਰੀਵ ਸੁਣੇ ਆਪ ਜੀ ਨੇ। ਪਹਿਲਾ ਮਹਾਰਾਜ ਜੀ ਉਹ ਰਾਸ ਬਾਰੇ ਦੱਸ ਰਹੇ ਸੀ ਨਾ, ਕਿ ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ। ਸਤਿਗੁਰੂ ਜੀ ਕਹਿੰਦੇ ਸਮੇਂ ਦੀਆਂ ਜਿਹੜਾ ਸੂਚਕ ਨੇ ਘੜੀਆਂ ਗੋਪੀਆਂ ਤੇ ਪਹਿਰ ਗਵਾਲਿਆਂ ਦੀ ਤਰ੍ਹਾਂ ਹੈ, ਤੇ ਚੰਦ ਤੇ ਸੂਰਜ ਬਲਭੱਦਰ ਤੇ ਕ੍ਰਿਸ਼ਨ ਬਣੇ ਹੋਏ ਐ। ਇਹ ਮਹਾਰਾਜ ਰਾਸ ਕਹਿੰਦੇ ਪੈ ਰਹੀ ਹੈ। ਹੁਣ ਸਤਿਗੁਰੂ ਜੀ ਜਿਹੜੀ ਉਹ ਰਾਸ ਧਾਰੀਏ ਪਾਉਂਦੇ ਆ ਨਾ, ਮਹਾਰਾਜ ਉਹ ਉਸ ਰਾਸ ਬਾਰੇ ਦੱਸਦੇ ਆ। ਕਿਉਂਕਿ ਕਹਿੰਦੇ ਮਹਾਰਾਜ ਵੇਖੋ ਉਹ ਤਾਂ ਆਪਣੇ ਵੱਲੋਂ ਭਗਤੀ ਕਰਦੇ ਆ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਲਓ ਵੀ ਤੁਹਾਨੂੰ ਦੱਸਦੇ ਹੋ ਕਿਹੋ ਜੀ ਰਾਸ ਪਾਉਂਦੇ ਆ, ਕੀ ਕਰਦੇ ਆ। ਵਾਇਨ ਚੇਲੇ ਨਚਨ ਗੁਰ। ਮਹਾਰਾਜ ਕਹਿੰਦੇ ਵਾਇਨ ਚੇਲੇ, ਜਿਹੜੇ ਚੇਲੇ ਹੁੰਦੇ ਆ ਨਾ, ਵਾਜਿਆਂ ਦੇ ਤਾਈਂ ਵਾਇਨ ਵਜਾਉਂਦੇ ਆ। ਉਹਨਾਂ ਨੇ ਗਲਾਂ ਵਿੱਚ ਨਾ ਉਹ ਸਾਜ਼ ਪਾਏ ਹੁੰਦੇ ਆ, ਤੇ ਜਿਹੜੇ ਉਹਨਾਂ ਦੇ ਚੇਲੇ ਹੁੰਦੇ ਆ ਉਹ ਵਾਇਨ ਵਾਜਿਆਂ ਦੇ ਤਾਈਂ ਵਜਾਉਂਦੇ ਆ। ਵਾਇਨ ਚੇਲੇ ਨਚਨ ਗੁਰ। ਤੇ ਨੱਚਨ ਗੁਰ, ਜਿਹੜਿਆਂ ਨੂੰ ਗੁਰੂ ਬਣਾ ਕੇ ਥਾਪਿਆ ਹੁੰਦਾ ਕ੍ਰਿਸ਼ਨ ਜੀ ਨੂੰ ਤੇ ਸਾਧ ਸੰਗਤ ਜੀ ਬਲਭੱਦਰ ਨੂੰ, ਤੇ ਉਹਨਾਂ ਕੋਲੋਂ ਨਾਚ ਨਚਾਉਂਦੇ ਆ। ਜਿਹੜੇ ਆ ਨਾ ਉਹ ਗੁਰੂ ਬਣੇ ਹੋਏ, ਕਿਉਂਕਿ ਉਹਨਾਂ ਨੂੰ ਗੁਰੂ ਜਾਣ ਕਰਕੇ ਮੱਥਾ ਟੇਕਦੇ ਆ ਨਾ, ਉਹਨਾਂ ਦਾ ਸਤਿਕਾਰ ਕਰਦੇ ਆ। ਉਹ ਜਿਹੜੇ ਕ੍ਰਿਸ਼ਨ ਦਾ ਇੱਕ ਰੂਪ ਬਣਿਆ ਹੁੰਦਾ, ਇੱਕ ਬਲਭੱਦਰ ਦਾ ਰੂਪ ਬਣਿਆ ਹੁੰਦਾ, ਤੇ ਉਹ ਅੱਗੇ ਨਾਚ ਕਰਦੇ। ਉਹਨਾਂ ਨੇ ਪੈਰਾਂ 'ਚ ਘੁੰਗਰੂ ਪਾਏ ਹੁੰਦੇ ਆ, ਤੇ ਹੱਥਾਂ ਵਿੱਚ ਵੀ ਉਹ ਜਿਹੜੇ ਆ ਘੁੰਗਰੂਆਂ ਦੇ ਕੜੇ ਪਾਏ ਹੁੰਦੇ ਆ। ਇਸ ਪ੍ਰਕਾਰ ਮਹਾਰਾਜ ਜੀ ਕਹਿੰਦੇ ਵਾਇਨ ਚੇਲੇ, ਜਿਹੜੇ ਚੇਲੇ ਹਨ ਉਹ ਵਾਇਨ ਵਾਜਿਆਂ ਦੇ ਤਾਈਂ ਵਜਾਉਂਦੇ ਆ। ਤੇ ਨੱਚਨ ਗੁਰ, ਉਹ ਬਲਭੱਦਰ ਤੇ ਕ੍ਰਿਸ਼ਨ ਉਹਨਾਂ ਨੂੰ ਜਿਨ੍ਹਾਂ ਨੂੰ ਗੁਰੂ ਜਾਣ ਕੇ ਪੂਜਦੇ ਆ, ਉਹਨਾਂ ਨੂੰ ਹੀ ਪਾਤਰ ਬਣਾ ਕਰਕੇ ਨਚਾਉਂਦੇ ਆ। ਉਹ ਅੱਗੇ ਨੱਚ ਰਹੇ ਹੁੰਦੇ ਆ ਸਾਜ਼ਾਂ ਦੇ ਤਾਲ ਤੇ। ਪੈਰ ਹਿਲਾਇਨ ਫੇਰਨ ਸਿਰ। ਉਹ ਪੈਰਾਂ ਨੂੰ ਹਿਲਾਉਂਦੇ ਆ, ਜਿਹੜੇ ਤਾਲ ਤੇ ਆ ਜਾਂਦੇ ਆ ਨਾ, ਉਹਨਾਂ ਦਾ ਪੈਰ ਵੀ ਤਾਲ ਨਾਲ ਹੀ ਉੱਠਦਾ। ਫਿਰ ਪੈਰ ਹਿਲਾਇਨ ਫੇਰਨ ਸਿਰ, ਸਿਰ ਵੀ ਫੇਰਦੇ ਆ ਤੇ ਤਾਲ 'ਚ ਹੀ ਫਿਰਦਾ ਹੈ। ਆ ਜਿਹੜੇ ਡਾਂਡੀਆਂ ਨਾਚ ਕਰਦੇ ਉਹਨਾਂ ਨੂੰ ਪੁੱਛ ਕੇ ਵੇਖਿਓ ਕਿਵੇਂ ਉਹ ਨਾਲ ਸਾਜ਼ ਵੱਜ ਰਹੇ ਹੁੰਦੇ, ਨਾਲ ਡਾਂਡੀਆਂ ਨਾਚ ਕਰਦੇ। ਇਹ ਜਿੰਨਾ ਪ੍ਰਕਾਰ ਦਾ ਨੱਚਣਾ ਹੈ ਨਾ, ਸਤਿਗੁਰੂ ਜੀ ਨੇ ਸਭ ਖੰਡਨ ਕੀਤਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਜੋ ਸਾਧ ਸੰਗਤ ਜੀ ਨਾਚ ਨੱਚਦੇ ਆ, ਇਹਨਾਂ ਦੀ ਬਾਬਤ ਮਹਾਰਾਜ ਹੁਣ ਰਾਸ ਦੇ ਬਾਰੇ ਦੱਸ ਰਹੇ ਆ। ਤੇ ਕਈ ਜਿਹੜੇ ਆਪਣੇ ਭੰਗੜਾ ਗਿੱਧਾ ਸਿੱਖ ਕੌਮ ਨੂੰ ਦੇਣਾ ਚਾਹੁੰਦੇ ਆ ਨਾ, ਵੀ ਲੈ ਕਹਿੰਦੇ ਵੀ ਇਹ ਤਾਂ ਸਿੱਖਾਂ ਦਾ ਵਿਰਸਾ ਹੈ, ਭੰਗੜਾ ਪਾਉਣਾ ਤੇ ਬੀਬੀਆਂ ਨੂੰ ਗਿੱਧਾ ਪਾਉਣਾ। ਕਹਿੰਦੇ ਆ ਤੀਆਂ ਦੇ ਤਿਉਹਾਰ ਲਾਉਂਦੇ ਆ, ਇਹ ਸਿੱਖਾਂ ਦਾ ਵਿਰਸਾ ਨਹੀਂ ਹੈ। ਖਾਲਸੇ ਦਾ ਵਿਰਸਾ ਤਾਂ ਸ਼ਸਤਰ ਵਿੱਦਿਆ ਦਾ ਅਭਿਆਸ ਹੈ। ਖਾਲਸੇ ਦਾ ਵਿਰਸਾ ਤਾਂ ਬ੍ਰਹਮ ਵਿੱਦਿਆ ਦਾ ਪੜ੍ਹਨਾ ਹੈ। ਇਹ ਜਿਹੜਾ ਵਿਰਸਾ ਹੈ ਨਾ, ਇਹ ਤਾਂ ਸਾਧ ਸੰਗਤ ਜੀ ਨਾਚਿਆਂ ਦਾ ਵਿਰਸਾ ਹੈ। ਇਹ ਜੀ ਤੀਆਂ ਦੇ ਤਿਉਹਾਰ ਤਾਂ ਬੜੇ ਪੁਰਾਣੇ ਲੱਗਦੇ ਆ, ਉਹ ਮੁਗਲਾਂ ਨੇ ਲਾਉਣੇ ਸ਼ੁਰੂ ਕੀਤੇ ਸੀ, ਪਠਾਣਾਂ ਨੇ। ਉਹ ਜਿਹੜਾ ਉੱਥੋਂ ਦਾ ਹਾਕਮ ਹੋਵੇ ਨਾ ਕਿਸੇ ਇਲਾਕੇ ਦਾ, ਉਹ ਨਗਰ ਵਿੱਚ ਚੌਧਰੀ ਨੂੰ ਸੁਨੇਹਾ ਘੱਲਦਾ ਵੀ ਲੈ ਵੀ ਤੀਆਂ ਦਾ ਤਿਉਹਾਰ ਲਾਓ, ਤੇ ਜਿਹੜੀ ਕੋਈ 7 ਸਾਲ ਤੋਂ ਛੋਟੀ ਹੈ ਉਹ ਨਾ ਆਵੇ, ਤੇ ਜਿਹੜੀ ਉਧਰੋਂ 50 ਸਾਲ ਤੋਂ ਉੱਪਰ ਹੈ ਬਿਰਧ ਉਹ ਨਾ ਆਵੇ। ਬਾਕੀ ਸਾਰੀਆਂ ਬੀਬੀਆਂ ਕੱਢ ਕੇ ਨਗਰ ਚੋਂ ਤੇ ਬਾਹਰ ਤੀਆਂ ਦਾ ਮੇਲਾ ਲਾਓ। ਤੇ ਫਿਰ ਸਾਧ ਸੰਗਤ ਜੀ ਉੱਥੇ ਜਾ ਕਰਕੇ ਨਾ ਧੀਆਂ ਭੈਣਾਂ ਉਹ ਨੱਚਦੀਆਂ, ਤੇ ਹਾਕਮ ਬੈਠੇ ਹੋਏ ਉੱਤੇ ਵੇਂਦੇ। ਜਿਹੜੀ ਉਹਨਾਂ ਨੂੰ ਫਿਰ ਪਸੰਦ ਆ ਜਾਂਦੀ ਉਹਨੂੰ ਨਾਲ ਹੀ ਚੱਕ ਕੇ ਲੈ ਜਾਂਦੇ। ਦੱਸੋ ਇਹ ਵਿਰਸਾ ਸਿੱਖਾਂ ਦਾ? ਇਹ ਤਾਂ ਸਾਧ ਸੰਗਤ ਜੀ ਕਿੱਡੀ ਅਪਮਾਨਜਨਕ ਗੱਲ ਵੈ। ਤੇ ਫਿਰ ਜਿਹੜੇ ਵੇਖੋ ਅੱਜ ਵੀ ਕਹਿੰਦੇ ਹੁਣ ਕਿਹੜੇ ਮੁਗਲ ਵਹਿੰਦੇ ਆ, ਹੁਣ ਕਿਹੜੇ ਪਠਾਨ ਵਹਿੰਦੇ ਆ, ਹੁਣ ਕਿਹੜੀ ਇਹੋ ਜਿਹੀ ਵਿਵਸਥਾ ਹੈ। ਪਰ ਫਿਰ ਵੀ ਉੱਥੇ ਧੀਆਂ ਭੈਣਾਂ ਜਦੋਂ ਪਿੰਡ 'ਚ ਇੱਕ ਥਾਂ ਤੇ ਹੋ ਕੇ, ਕਈ ਬਾਹਰ ਦੇਸ਼ਾਂ 'ਚ ਥਾਂ ਹੋਰ ਨਹੀਂ, ਗੁਰਦੁਆਰੇ ਸਾਹਿਬ ਕਹਿੰਦੇ ਇੱਕ ਪਾਸੇ ਤੀਆਂ ਲਾ ਲੈਣ ਦਿਓ। ਵੇਖੋ ਸ਼ਰਮ ਕਰੋ, ਇਹ ਕਥਾ ਕੀਰਤਨ ਦਾ ਥਾਂ ਹੈ, ਇੱਥੇ ਤੁਹਾਨੂੰ ਤੀਆਂ ਲਾਉਣ ਦਈਏ। ਜਦੋਂ ਕਹਿਣ ਵੀ ਉਹ ਹੁਣ ਮੁਗਲ ਪਠਾਨ ਨਹੀਂ ਰਹੇ, ਹੁਣ ਤਾਂ ਸਾਡਾ ਆਪਣਾ ਦੇਸ਼ ਹੈ। ਜਦੋਂ ਪਿੰਡਾਂ 'ਚ ਤੀਆਂ ਲਾਉਂਦੀਆਂ ਨਾ ਕੁੜੀਆਂ, ਤੇ ਪਿੰਡ ਦੇ ਮੁਸ਼ਟੰਡੇ ਇਕੱਠੇ ਹੋਏ ਹੁੰਦੇ, ਮੁੰਡੇ ਵੀ ਇਕੱਠੇ ਹੋਏ ਹੁੰਦੇ ਸਾਰੇ। ਤੇ ਭਰਾ ਦੀ ਜਦੋਂ ਭੈਣ ਸਾਹਮਣੇ ਨੱਚਦੀ ਹੋਵੇ ਤੇ ਕੀ ਇੱਜ਼ਤ ਰਹਿੰਦੀ ਹੈ।
ਤੇ ਬਾਕੀ ਵੇਖ ਵੇਖ ਕੇ ਕਹਿਣ ਵੀ ਉਹ ਫਲਾਨੀ ਬੜਾ ਨੱਚਦੀ, ਤੁਹਾਨੂੰ ਪਤਾ ਹੀ ਹੈ ਕਿ ਕੀ ਉਹ ਅਸ਼ਲੀਲ ਬੋਲ ਫਿਰ ਬੋਲਦੇ ਆ। ਇਹ ਕੋਈ ਖਾਲਸੇ ਦਾ ਵਿਰਸਾ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਖਿਆ, ਇਸੇ ਸ਼ਲੋਕ ਚੋਂ ਹੀ ਪੰਕਤੀ ਕੱਢ ਕੇ ਕਹਿੰਦੇ ਆ ਜੀ, ਨੱਚਣ ਕੁੱਦਣ ਮਨ ਕਾ ਚਾਓ। ਆ ਸਾਰਾ ਸ਼ਲੋਕ ਇਹ ਹੀ ਹੈ ਮਹਾਰਾਜ ਦੱਸ ਰਹੇ। ਜੇ ਉੱਥੇ ਕਿਹਾ ਜੀ ਸ਼ਲੋਕ ਪੜ੍ਹ ਲਓ, ਕੋਈ ਉਹ ਸੀਗੇ ਅਮਰੀਕਾ ਦੇ ਵਿੱਚ, ਉਹ ਕਹਿੰਦੇ ਅਸੀਂ ਤੀਆਂ ਲਾਉਣਾ ਹੈ, ਤੇ ਉਹ ਭੰਗੜੇ ਦਾ ਕੋਈ ਟੀਚਰ ਬਣਿਆ ਉੱਥੇ, ਤੇ ਉਹਨੇ ਭੰਗੜਾ ਸਿਖਾਇਆ, ਗਿੱਧਾ ਸਿਖਾਇਆ, ਤੇ ਉਹ ਪ੍ਰਬੰਧਕ ਇੱਕ ਕਹਿੰਦਾ ਕਿ ਨਾ ਜੀ ਇੱਥੇ ਗੁਰਦੁਆਰੇ ਸਾਹਿਬ ਤਾਂ ਗੁਰੂ ਕੀ ਮਰਿਆਦਾ ਨਹੀਂ। ਕਹਿੰਦੇ ਉਹ ਬਾਣੀ 'ਚ ਲਿਖਿਆ ਨੱਚਣ ਕੁੱਦਣ ਮਨ ਕਾ ਚਾਓ, ਤੇ ਤੁਸੀਂ ਕਿਉਂ ਮਨਾ ਕਰਦੇ ਆ? ਕਹਿੰਦੇ ਸਾਰਾ ਸ਼ਲੋਕ ਪੜ੍ਹਿਆ ਕਿ ਕੱਲੀ ਪੰਕਤੀ ਪੜ੍ਹੀ? ਕਹਿੰਦੇ ਕੱਲੀ ਪੰਕਤੀ ਪੜ੍ਹੀ ਆ, ਇੰਨਾ ਹੀ ਅਰਥ ਸਾਨੂੰ ਬੜਾ, ਬਾਕੀ ਅਸੀਂ ਕੀ ਲੈਣਾ ਹੈ। ਆਪਣੇ ਉੱਲੂ ਸਿੱਧਾ ਕਰਦੇ ਇਹੋ ਜੀ ਹਾਲਤ ਹੈ। ਤੇ ਮਹਾਰਾਜ ਜੀ ਦੇ ਉਪਦੇਸ਼ ਤੋਂ ਜਿਹੜੇ ਉਲਟ ਚੱਲਦੇ ਆ ਭਾਈ, ਫਿਰ ਉਹਨਾਂ ਨੂੰ ਖਾਏ ਗਿਆ ਜਮਕਾਲ ਹੀ ਫਿਰ ਹਾਲਤ ਹੋਣੀ ਹੈ ਨਾ, ਕੋਈ ਲਾਭ ਨਹੀਂ ਖੱਟਣਾ। ਇਸ ਤਰ੍ਹਾਂ ਹਜੂਰ ਕਹਿੰਦੇ ਮਨੁੱਖਾ ਜਨਮ ਹਾਰ ਜਾਂਦੇ ਆ। ਮਹਾਰਾਜ ਜੀ ਰਾਸ ਬਾਰੇ ਦੱਸਦੇ ਆ, ਸੁਣੋ ਇਕਾਗਰਤਾ ਨਾਲ। ਪੈਰ ਹਿਲਾਇਨ ਫੇਰਨ ਸਿਰ। ਮਹਾਰਾਜ ਜੀ ਕਹਿੰਦੇ ਪੈਰਾਂ ਨੂੰ ਹਿਲਾਉਂਦੇ ਆ ਤਾਲ ਦੇ ਨਾਲ, ਤੇ ਫੇਰਦੇ ਆ ਸਿਰ, ਉਹ ਵੀ ਤਾਲ ਦੇ ਨਾਲ ਹੀ, ਭੁੰਡਣੀ ਲੈਂਦੇ, ਸਿਰ ਫੇਰਦੇ ਆ। ਉੱਡ ਉੱਡ ਰਾਵਾ ਝਾਟਾ ਪਾਏ। ਜਦੋਂ ਪੈਰ ਧਰਤੀ ਤੇ ਮਾਰਦੇ ਆ ਤੇ ਫਿਰ ਕੀ ਹੁੰਦੇ? ਉੱਡ ਉੱਡ ਰਾਵਾ। ਰਾਵਾ ਕੀ? ਘੱਟਾ ਉੱਡ ਉੱਡ ਕੇ ਝਾਟਾ ਪਾਏ, ਸਿਰ 'ਚ ਘੱਟਾ ਪੈ ਜਾਂਦਾ। ਬਣਾਇਆ ਤਾਂ ਹੁੰਦਾ ਉਹਨੂੰ ਕ੍ਰਿਸ਼ਨ, ਬਣਾਇਆ ਤਾਂ ਹੁੰਦਾ ਬਲਭੱਦਰ, ਤੇ ਉਹਨੂੰ ਨਚਾਉਂਦੇ ਆ, ਤੇ ਵਾਜੇ ਆਪ ਵਜਾ ਰਹੇ ਹੁੰਦੇ ਪਿੱਛੇ ਜਿਹੜੇ ਚੇਲੇ ਬਣੇ ਆ। ਤੇ ਜਦੋਂ ਉਹ ਨੱਚਦੇ ਆ, ਉਹਨਾਂ ਦੇ ਪੈਰਾਂ ਦੇ ਨਾਲ ਇੰਨਾ ਨਾਚ ਕਰਦੇ ਹੋ ਤੁਸੀਂ, ਕਈ ਵਾਰੀ ਵੇਖੇ ਹੁਣੇ ਨਾਚ, ਉਹ ਬੜੇ ਤੇਜ਼ੀ ਨਾਲ ਜਦੋਂ ਪੈਰਾਂ ਨੂੰ ਹਿਲਾਉਂਦੇ ਆ, ਥਪਕ ਥਪਕ ਪੈਰ ਥੱਲੇ ਮਾਰਦੇ ਆ, ਘੱਟਾ ਉੱਡਦਾ ਫਿਰ, ਤੇ ਉੱਡ ਉੱਡ ਰਾਵਾ ਝਾਟਾ ਪਾਏ। ਝਾਟੇ ਸਿਰ ਦੇ ਵਿੱਚ ਪੈਂਦਾ ਹੈ। ਸਾਰੇ ਕੇਸ ਤਾਂ ਆਪਾਂ ਹੀ ਕਹਿੰਦੇ, ਉਹ ਤਾਂ ਵਾਲ ਕਹਿੰਦੇ ਕਈ, ਇਉਂ ਮਹਾਰਾਜ ਉਹਨਾਂ ਦੇ ਕਹਿਣ ਮੁਤਾਬਕ ਹੀ ਝਾਟਾ ਸ਼ਬਦ ਵਰਤ ਦਿੱਤਾ ਕਿ ਉਹ ਜਦੋਂ ਖਿਲਰੇ ਹੁੰਦੇ ਨਾ ਬਾਹਲੇ ਕੇਸ, ਆਪ ਮਾਈਆਂ ਪਿੰਡਾਂ 'ਚ ਕਹਿ ਦਿੰਦੀਆਂ ਵੀ ਤੂੰ ਕੀ ਝਾਟਾ ਖਿਲਾਰਿਆ। ਇਸ ਤਰ੍ਹਾਂ ਪੰਜਾਬ ਦੀ ਇਹ ਬੋਲੀ, ਜਿਹਦੇ ਬਾਹਲੇ ਕੇਸ ਖਿਲਰੇ ਹੋਣ ਤਾਂ ਉਹਨੂੰ ਬੀਬੀਆਂ ਕਹਿੰਦੀਆਂ ਤੇਰਾ ਝਾਟਾ ਖਿਲਰਿਆ ਹੋਇਆ। ਮਹਾਰਾਜ ਕਹਿੰਦੇ ਉੱਡ ਉੱਡ ਰਾਵਾ ਝਾਟਾ ਪਾਏ, ਇਹ ਸਿਰ ਦੇ ਵਿੱਚ ਉੱਡ ਉੱਡ ਕੇ ਘੱਟਾ ਪੈ ਜਾਂਦਾ ਏ। ਵੇਖਾ ਲੋਕ ਹਸਾ ਘਰ ਜਾਏ। ਲੋਕ ਵੇਂਦੇ ਆ ਉਹਨੂੰ ਵੀ ਬੱਲਾ ਬੜਾ ਕ੍ਰਿਸ਼ਨ ਨੱਚ ਰਿਹਾ, ਬਲਭੱਦਰ ਦਾ ਤਾਂ ਬੜਾ ਹੀ ਸੋਹਣਾ ਨਾਚ ਆ। ਵੇਖਾ ਲੋਕ ਹੱਸਾ ਘਰ ਜਾਏ, ਹੱਸਦੇ ਹੋਏ ਆਪਣੇ ਘਰਾਂ ਨੂੰ ਜਾਂਦੇ, ਟਿਚਕਰਾਂ ਕਰਦੇ, ਮਖੌਲ ਕਰਦੇ ਆ। ਰੋਟੀਆਂ ਕਾਰਨ ਪੂਰਹਿ ਤਾਲ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਬਈ ਉਹ ਕੋਈ ਭਗਤੀ ਨਹੀਂ ਕਰ ਰਹੇ ਸ਼ੇਖ ਬ੍ਰਹਮਾ, ਉਹ ਤਾਂ ਰੋਟੀਆਂ ਕਾਰਨ ਪੂਰੇ ਤਾਲ, ਉਹ ਤਾਂ ਬਸ ਪੈਸੇ ਵੇਖ ਰਹੇ ਕਿ ਕੌਣ ਕਿੱਧਰੋਂ ਵਰਾ ਰਿਹਾ ਪੈਸੇ, ਉਹ ਤਾਂ ਉਪਜੀਵਕਾ ਵਾਸਤੇ ਹੀ ਤਾਲ ਪੂਰ ਰਹੇ ਐ। ਐਵੇਂ ਬਨੌਟੀ ਹੀ ਕ੍ਰਿਸ਼ਨ ਬਣਿਆ ਹੋਇਆ, ਬਨੌਟੀ ਬਲਭੱਦਰ ਬਣਿਆ ਹੋਇਆ ਹੈ, ਤੇ ਬਨੌਟੀ ਹੀ ਗੋਪੀਆਂ ਬਣਾਈਆਂ ਹੋਈਆਂ। ਮਹਾਰਾਜ ਕਹਿੰਦੇ ਉਹ ਤਾਂ ਰੋਟੀਆਂ ਦੇ ਕਾਰਨ ਵਾਸਤੇ, ਉਪਜੀਵਕਾ ਵਾਸਤੇ ਹੀ ਤਾਲ ਪੂਰ ਰਹੇ ਆ। ਆਪ ਪਛਾੜਹਿ ਧਰਤੀ ਨਾਲ। ਮਹਾਰਾਜ ਕਹਿੰਦੇ ਭਾਈ ਆਪਣੇ ਆਪ ਨੂੰ ਪਛਾੜਦੇ ਕੀ? ਪਟਕਾਉਂਦੇ ਆ। ਕਿੱਥੇ? ਧਰਤੀ ਨਾਲ। ਧਰਤੀ ਤੇ ਪਟਕ ਪਟਕ ਕੇ ਡਿੱਗਦੇ ਜਦੋਂ ਲੋਕ ਵਹਿੰਦੇ ਆ, ਸਗੋਂ ਉਹਨਾਂ ਨੂੰ ਹੋਰ ਜੋਸ਼ ਚੜ੍ਹਦਾ ਹੈ। ਨਾਚ ਕਰਦੇ ਹੋਏ ਇੱਧਰ ਉੱਧਰ ਧਰਤੀ ਦੇ ਉੱਤੇ ਆਪਣੇ ਆਪ ਨੂੰ ਪਟਕਾ ਪਟਕਾ ਕੇ ਮਾਰਦੇ ਆ। ਗਾਵਨ ਗੋਪੀਆ ਗਾਵਨ ਕਾਨ। ਮਹਾਰਾਜ ਕਹਿੰਦੇ ਗੋਪੀਆਂ ਵੀ ਗਾਉਂਦੀਆਂ ਨੇ, ਕਦੇ ਗੋਪੀਆਂ ਦਾ ਪ੍ਰਸੰਗ ਗਾਉਣ ਲੱਗ ਜਾਂਦੇ ਆ, ਤੇ ਕਦੇ ਕਾਨ ਕ੍ਰਿਸ਼ਨ ਜੀ ਦੇ ਵੱਲੋਂ ਡਾਇਲੌਗ ਜਿਹੜੇ ਬੋਲਦੇ ਆ, ਬਣਿਆ ਹੋਇਆ ਉਹ ਕ੍ਰਿਸ਼ਨ, ਕਦੇ ਇਸ ਪ੍ਰਕਾਰ ਕ੍ਰਿਸ਼ਨ ਦਾ ਜਿਹੜਾ ਪਾਤਰ ਬਣ ਕਰਕੇ ਗਾਇਨ ਕਰਨ ਲੱਗ ਜਾਂਦੇ ਆ। ਗਾਵਨ ਸੀਤਾ ਰਾਜੇ ਰਾਮ। ਜਦੋਂ ਦੁਸ਼ਹਿਰਾ ਆਉਂਦਾ ਹੈ ਉਦੋਂ ਫਿਰ ਇੱਕ ਨੂੰ ਸੀਤਾ ਬਣਾ ਲੈਂਦੇ ਆ। ਉਹ ਬੰਦਾ ਹੀ ਕਈ ਵਾਰੀ ਸੀਤਾ ਬਣਾਇਆ ਹੁੰਦਾ ਉਹਨਾਂ ਨੇ, ਉਹਦਾ ਮੂੰਹ ਚੰਗੀ ਤਰ੍ਹਾਂ ਕਰਕੇ ਨਾ ਕੁੱਚ, ਤੇ ਉਹਨੂੰ ਹੀ ਸੀਤਾ ਬਣਾ ਕੱਢਦੇ ਆ। ਦੇਖੋ ਇਹ ਕੋਈ ਸਤਿਕਾਰ ਵਾਲੀ ਗੱਲ ਤੇ ਨਹੀਂ ਨਾ ਭਈ ਤੁਸੀਂ ਸੀਤਾ ਜੀ ਨੂੰ ਮਾਤਾ ਕਹਿ ਕੇ ਸਤਿਕਾਰ ਦਿੰਦੇ ਆ, ਇੰਨਾ ਅਦਬ ਕਰਦੇ ਆ, ਤੇ ਕੀ ਕਿਸੇ ਉਹੋ ਹੀ ਵੇਖੋ ਸਾਧ ਸੰਗਤ ਜੀ, ਇਹ ਇਹਨਾਂ ਦੀਆਂ ਗੱਲਾਂ। ਰਾਤ ਨੂੰ ਰਾਮਲੀਲਾ ਕਰਦੇ ਆ ਤੇ ਉਹੋ ਹੀ ਸੀਤਾ ਮੁੜ ਸਿਗਟਾਂ ਪੀ ਰਹੀ ਹੁੰਦੀ ਆ, ਉਹੋ ਹੀ ਰਾਮਚੰਦਰ ਬਣਾਇਆ ਤਮਾਕੂ ਖਾ ਰਿਹਾ ਹੁੰਦਾ ਹੈ। ਇਹ ਕੋਈ ਤਰੀਕਾ ਹੈ? ਆ ਜਿਹੜਾ ਇਹਨਾਂ ਸੀਰੀਅਲ ਵੀ ਨਹੀਂ ਸੀ ਬਣਾਇਆ, ਉਹ ਰਾਮਲੀਲਾ ਦਾ, ਰਮਾਇਣ ਆਦਿਕ ਬੜਾ ਮਸ਼ਹੂਰ ਹੋਇਆ ਸੀਗਾ ਉਹ, ਤੇ ਉਹਦੇ ਜਿਹੜੇ ਪਾਤਰ ਸੀ ਨਾ,
ਉਹ ਕਿਤੇ ਸੀਤਾ ਬਣੀ, ਕਿਤੇ ਉਹਨੇ ਆਪ ਦੱਸਿਆ, ਕਹਿੰਦੇ ਮੈਂ ਬੀਜ ਤੇ ਨਹਾ ਰਹੀ ਸੀ ਤੇ ਲੋਕ ਮੈਨੂੰ ਵੇਖ ਕੇ ਮੱਥੇ ਟੇਕੀ ਜਾਣ, ਬੀਜ ਤੇ ਅੱਧੇ ਕੱਪੜੇ ਪਾਏ ਉਸਨੇ, ਦੱਸੋ। ਤੇ ਜਿਹੜਾ ਰਾਮਚੰਦਰ ਬਣਾਇਆ ਸੀਗਾ, ਉਹਨਾਂ ਦੇ ਆਪ ਦੀਆਂ ਕਹਿਣ ਦੀਆਂ ਗੱਲਾਂ, ਕਹਿੰਦਾ ਮੈਂ ਕਿਤੇ ਸਿਗਰਟ ਪੀਂਦਾ ਸੀ, ਲੋਕ ਮੇਰੇ ਵੱਲ ਅੱਖਾਂ ਕੱਢਣ ਲੱਗ ਪਏ ਵੀ ਤੂੰ ਬਣਿਆ ਸੀ ਹੁਣ ਸਿਗਰਟਾਂ ਪੀਣਾ। ਉਹ ਰਾਮਚੰਦਰ ਮਹਾਰਾਜ ਕਹਿੰਦੇ ਮੁਕਤੀ ਦਾ ਕਾਰਨ ਤਾਂ ਇੱਕੋ ਇੱਕ ਹੈ, ਕਿਹੜਾ ਹੈ? ਹਜੂਰ ਅਸੀਂ ਭਗਤੀ ਕਰ ਰਹੇ ਹਾਂ। ਮਹਾਰਾਜ ਕਹਿੰਦੇ ਮੁਕਤੀ ਦਾ ਕਾਰਨ ਤਾਂ ਇੱਕੋ ਇੱਕ ਹੈ, ਕਿਹੜਾ ਹੈ? ਹਜੂਰ ਦੱਸਦੇ ਨੇ ਨਿਰਭਉ ਨਿਰੰਕਾਰ ਸਤਿਨਾਮ। ਮਹਾਰਾਜ ਕਹਿੰਦੇ ਜਿਹੜਾ ਨਿਰੰਕਾਰ ਹੈ ਨਾ, ਮਾਇਕੀ ਆਕਾਰਾਂ ਤੋਂ ਰਹਿਤ ਮੇਰਾ ਪਰਮੇਸ਼ਰ ਵਾਹਿਗੁਰੂ, ਉਹ ਨਿਰਭਉ ਸਰੂਪ ਹੈ ਤੇ ਕੇਵਲ ਤੇ ਕੇਵਲ ਇੱਕੋ ਇੱਕ ਉਹਦਾ ਸੱਚਾ ਨਾਮ ਹੀ ਕਲਿਆਣਕਾਰੀ ਹੈ। ਰਾਮ ਕ੍ਰਿਸ਼ਨ ਬਣਿਆ ਤੇ ਨੱਚਿਆ ਟੱਪਿਆ, ਮਹਾਰਾਜ ਕਹਿੰਦੇ ਮੁਕਤ ਨਹੀਂ ਮਿਲਦੀ ਸ਼ੇਖ ਬ੍ਰਹਮ। ਮੁਕਤੀ ਦਾ ਕਾਰਨ ਤੇ ਇੱਕੋ ਇੱਕ ਕੇਵਲ ਵਾਹਿਗੁਰੂ ਦਾ ਨਾਮ ਹੈ। ਵੇਖ ਲਓ ਮਹਾਰਾਜ ਸਾਹਿਬ ਜੀ ਨੇ ਸਭ ਖੰਡਨ ਕੀਤਾ, ਸੱਚੇ ਪਾਤਸ਼ਾਹ ਜੀ ਨੇ। ਗਰੀਬ ਨਿਵਾਜ ਸਤਿਗੁਰੂ ਜੀ ਦੀ ਸਿੱਖਿਆ ਨੂੰ ਜਿਹੜੇ ਮੰਨਦੇ ਨੇ ਉਹ ਫਿਰ ਸਿੱਖ ਨਹੀਂ ਅਖਵਾ ਸਕਦੇ। ਅੱਗੇ ਬਚਨ ਆਉਣਗੇ ਮਹਾਰਾਜ ਜੀ ਦੇ, ਜਿਹੜੇ ਕਹਿਣਗੇ ਵੇਖੋ ਜੀ ਤਾਂ ਤਰਕ ਬਤਰਕ ਕੀਤੀ ਹੈ, ਤਰਕ ਬਤਰਕ ਕਿਸੇ ਹੋਰ ਨੇ ਕੀਤੀ, ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ। ਇਹ ਸਤਿਗੁਰੂ ਜੀ ਨੇ ਸਭ ਖੰਡਨ ਕਰਕੇ ਜਿੰਨੇ ਪਖੰਡ ਸੀ ਮਹਾਰਾਜ ਨੇ ਲੁਕਾਈ ਨੂੰ ਸਿੱਧਾ ਪਿਆਰ ਦਾ ਰਸਤਾ ਦੱਸਿਆ। ਗਰੀਬ ਨਿਵਾਜ ਨੇ ਸਿੱਧਾ ਵਾਹਿਗੁਰੂ ਦੇ ਮਿਲਾਪ ਦਾ ਰਸਤਾ ਦੱਸਿਆ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੇ ਹਜ਼ੂਰ ਫਰਮਾਉਂਦੇ ਹਨ ਨਿਰਭਉ ਨਿਰੰਕਾਰ ਸਤਿਨਾਮ। ਮਹਾਰਾਜ ਕਹਿੰਦੇ ਭਾਈ ਨਿਰਭਉ ਸਰੂਪ ਜਿਹੜਾ ਮਾਇਕੀ ਆਕਾਰਾਂ ਤੋਂ ਰਹਿਤ ਹੈ ਪਰਮੇਸ਼ਰ, ਉਹਦਾ ਨਾਮ ਹੀ ਕੇਵਲ ਸੱਚਾ ਜਿਹੜਾ ਨਾ ਕਲਿਆਣਕਾਰੀ ਹੈ। ਜਾ ਕਾ ਕੀਆ ਸਗਲ ਜਹਾਨ। ਜਿਸ ਵਾਹਿਗੁਰੂ ਦਾ ਕੀਤਾ ਹੋਇਆ ਸਾਰਾ ਜਹਾਨ ਹੈ, ਜਿਨ ਸਾਰੀ ਕਾਇਨਾਤ ਨੂੰ ਕੀਤਾ, ਕਾਇਨਾਤ ਵਿੱਚ ਨਾ ਪਰਚੋ, ਕਾਇਨਾਤ ਦੇ ਮਾਲਕ ਦਾ ਨਾਮ ਜਪੋ, ਵਾਹਿਗੁਰੂ ਦਾ ਨਾਮ ਜਪੋ। ਕੁਦਰਤ ਵੱਲ ਵੇਖ ਕੇ ਨਾ ਭਰਮੋ, ਕਾਦਰ ਵੱਲ ਵੇਖੋ। ਕਾਦਰ ਨੂੰ ਜਦੋਂ ਤੁਸੀਂ ਜਪੋਗੇ ਤਾਂ ਤੁਹਾਡੇ ਅੰਦਰ ਕੁਦਰਤ ਆਪੇ ਹੀ ਰਮਣ ਲੱਗ ਜਾਣੀ ਹੈ। ਕੁਦਰਤ ਦੀ ਸ਼ਕਤੀ ਤੁਹਾਨੂੰ ਆਪੇ ਮਹਿਸੂਸ ਹੋਣ ਲੱਗ ਜਾਣੀ ਹੈ। ਕੱਲੀ ਕੁਦਰਤ ਨਾਲ ਸ਼ਕਤੀ ਨਹੀਂ ਮਹਿਸੂਸ ਹੁੰਦੀ, ਕਾਦਰ ਨਾਲ ਜੁੜਿਆ ਕੁਦਰਤ ਦੀ ਸ਼ਕਤੀ ਮਹਿਸੂਸ ਹੁੰਦੀ ਹੈ। ਤੇ ਹਜ਼ੂਰ ਕਹਿੰਦੇ ਜਿਸ ਦਾ ਕੀਤਾ ਹੋਇਆ ਇਹ ਸਾਰਾ ਜਹਾਨ ਹੈ। ਜਾ ਕਾ ਕੀਆ ਸਗਲ ਜਹਾਨ। ਜਾ ਕਾ ਜਿਸ ਪਰਮੇਸ਼ਰ ਵਾਹਿਗੁਰੂ ਦਾ ਕੀਤਾ ਹੋਇਆ ਇਹ ਸਾਰਾ ਜਹਾਨ ਹੈ, ਸਾਰੀ ਕਾਇਨਾਤ ਹੈ। ਸੇਵਕ ਸੇਵਾ ਹੈ ਕਰਮ ਚੜਾਓ। ਸਤਿਗੁਰੂ ਜੀ ਕਹਿੰਦੇ ਜਿਹੜੇ ਸੇਵਕ ਬਣ ਕਰਕੇ ਸੇਵਨ ਕਰਦੇ ਨਾ ਮੇਰੇ ਵਾਹਿਗੁਰੂ ਦੇ ਨਾਮ ਦਾ, ਜਿਹੜੇ ਸੇਵਕ ਬਣ ਕਰਕੇ ਉਹਦਾ ਨਾਮ ਜਪਦੇ ਆ ਤੇ ਉਹਦੀ ਪਹਿਲ ਕਰਦੇ ਆ, ਕਰਮ ਚੜਾਓ। ਉਹਦੇ ਉੱਤੇ ਮੇਰਾ ਵਾਹਿਗੁਰੂ ਆਪਣੀ ਕਰਮ ਬਖਸ਼ਿਸ਼ ਕਰ ਦਿੰਦਾ ਤੇ ਉਹਦੀ ਸੁਰਤ ਨੂੰ ਫਿਰ ਜਿਹੜਾ ਨਾ ਤੁਰਿਆ ਪਦ ਵਿੱਚ ਚਾੜ ਦਿੰਦਾ ਮੇਰਾ ਵਾਹਿਗੁਰੂ। ਗਿਆਨ ਅਰੂੜ ਹੋ ਜਾਂਦੀ ਉਹਨਾਂ ਦੀ ਸੁਰਤ। ਆ ਨੱਚਣ ਟੱਪਣ ਨਾਲ ਥੋੜ੍ਹੇ ਗਿਆਨ ਹੁੰਦਾ। ਮਹਾਰਾਜ ਕਹਿੰਦੇ ਜਿਹੜਾ ਪਹਿਲ ਕਰਦਾ ਵਾਹਿਗੁਰੂ ਦੀ, ਪਹਿਲ ਕੀ ਕਰਨੀ ਹੈ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਪਣਾ ਹੀ ਪਰਮੇਸ਼ਰ ਦੀ ਸੇਵਨਾ ਹੈ। ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਉੱਤੇ ਮੇਰੇ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਤੇ ਉਹਨਾਂ ਦੀ ਬਿਰਤੀ ਚੜ੍ਹ ਜਾਂਦੀ ਹੈ 10ਵੇਂ ਪਦ ਦੇ ਅੰਦਰ, ਦੁਆਰ ਦੇ ਅੰਦਰ। ਰਾਣ ਜਿਨਾ ਮਨ ਚਾਓ। ਜਿਨ੍ਹਾਂ ਦੇ ਮਨ ਦੇ ਅੰਦਰ ਨਾਮ ਦੇ ਜਪਣ ਦਾ ਚਾਅ ਹੈ ਨਾ, ਉਤਸ਼ਾਹ ਹੈ,
ਉਹ ਤਾਂ ਫਿਰ ਰਾਤਾਂ ਨੂੰ ਥੋੜ੍ਹੇ ਸੌਂਦੇ ਆ, ਭੁੰਨੀ ਰਹਿਣ। ਉਹਨਾਂ ਨੂੰ ਰਾਤ ਸਾਰੀ ਪਿਆਰ ਵਿੱਚ ਭੁੰਨੀ ਭਿੱਜੀ ਹੋਈ ਦਿਖਾਈ ਦਿੰਦੀ ਹੈ। ਮਹਾਰਾਜ ਜੀ ਕਹਿੰਦੇ ਭਾਈ ਜਿਨ੍ਹਾਂ ਦੇ ਮਨ ਦੇ ਅੰਦਰ ਚਾਅ ਆ ਪਿਛਲੇ ਰਾਤੀ ਉੱਠ ਬਹਿੰਦੇ, ਉਹ ਤਾਂ ਪਿਛਲ ਰਾਤੀ ਉੱਠ ਕਰਕੇ ਬਹਿ ਜਾਂਦੇ ਆ ਤੇ ਇੱਕ ਮਨ ਹੋ ਗੁਰ ਜਾਪ ਜਪੰਦੇ, ਇੱਕ ਮਨ ਹੋ ਕੇ ਇਕਾਗਰ ਹੋ ਕੇ ਸਾਰੇ ਪਾਸਿਆਂ ਤੋਂ ਘੜੀ ਦੀ ਸੈੱਲ ਵਾਲੀ ਘੜੀ ਜਿਹੜੀ ਹੁੰਦੀ ਹੈ ਨਾ, ਟਿਕ 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 ਆਵਾਜ਼ ਉਹਨਾਂ ਨੂੰ ਵੱਜਦੀ ਜਿਵੇਂ ਪੱਥਰ ਵੱਜਦਾ ਹੈ। ਥੋੜੀ ਆਵਾਜ਼ ਵੀ ਉਹ ਨਹੀਂ ਸੁਣਦੇ। ਹੋਰ ਉਹ ਸਾਧ ਸੰਗਤ ਜੀ ਉਸ ਸਮੇਂ ਆਪਣੇ ਅੰਦਰੋਂ ਨਿਕਲੀ ਹੋਈ ਆਵਾਜ਼ ਨੂੰ ਸੁਣਦੇ ਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਧੁਨ ਵਿੱਚ ਆਪਣੇ ਧਿਆਨ ਨੂੰ ਲਾ ਦਿੰਦੇ ਆ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਰਾਣ ਜਿਨਾ ਮਨ ਚਾਓ। ਸਾਧ ਸੰਗਤ ਜੀ ਸ਼ਲੋਕ ਦੇ ਅੰਤਰੀਵ ਅਰਥ ਹੈ ਸਾਰੇ, ਪਰ ਅੱਜ ਨਹੀਂ ਹੋ ਸਕਣੇ। ਅੱਜ ਇਹ ਸੰਪੂਰਨ ਕਰਦੇ ਹਾਂ ਸ਼ਲੋਕ। ਅੰਤਰੀਵ ਅਰਥ ਤੇ ਪੌੜੀ ਆਪਾਂ ਕੱਲ੍ਹ ਦੇ ਕਥਾ ਵਿੱਚ ਸਰਵਣ ਕਰਾਂਗੇ। ਤੇ ਅੱਜ ਇਹ ਸਾਰਾ ਸ਼ਲੋਕ ਬਾਹਰੀ ਅਰਥਾਂ ਦੇ ਰੂਪ ਵਿੱਚ ਆਪ ਸੁਣੋ। ਦੇ ਰੂਪ ਵਿੱਚ ਆਪ ਸੁਣੋ। ਮਹਾਰਾਜ ਜੀ ਕਹਿੰਦੇ ਹਨ, ਫਿਰ ਪੜ੍ਹ ਦਿਓ। ਇੰਨੀ ਰਹਿਣ ਜਿਨਾ ਮਨ ਚਾਓ। ਜਿਨ੍ਹਾਂ ਦੇ ਮਨ ਅੰਦਰ ਨਾਮ ਦੇ ਜਪਣ ਦਾ, ਵਾਹਿਗੁਰੂ ਨੂੰ ਮਿਲਣ ਦਾ ਚਾਹ ਹੈ, ਉਤਸ਼ਾਹ ਹੈ, ਸਾਧ ਸੰਗਤ ਜੀ ਉਹਨਾਂ ਦੀ ਪ੍ਰਤੱਖੇ ਜਿਹੜੀ ਰਾਤ ਪੈਂਦੀ ਹੈ ਉਹ ਭਿੱਜ ਜਾਂਦੀ ਹੈ ਬੜੀ ਸ਼ਰਧਾ ਦੇ ਨਾਲ। ਸਿੱਖੀ ਸਿੱਖਿਆ ਗੁਰ ਵਿਚਾਰ। ਹੁਣ ਵੇਖ ਲਓ ਮਹਾਰਾਜ ਜੀ ਦੱਸਦੇ ਆ ਕਿ ਸ਼ੇਖ ਬ੍ਰਹਮ ਜਿਹੜੀ ਸਿੱਖਿਆ ਨਾ ਗੁਰੂ ਉਪਦੇਸ਼ ਹੈ, ਉਹਦੀ ਮਹਾਰਾਜ ਕਹਿੰਦੇ ਸਿੱਖਿਆ ਗੁਰ ਵਿਚਾਰ। ਗੁਰੂ ਸਾਹਿਬ ਦੀ ਸਿੱਖਿਆ ਉਪਦੇਸ਼ ਦਾ ਜਿਹੜਾ ਵਿਚਾਰ ਕਰਨਾ ਹੈ ਇਹੀ ਸਿੱਖੀ ਹੈ। ਜਿਹੜਾ ਗੁਰੂ ਜੀ ਦੇ ਉਪਦੇਸ਼ ਨੂੰ ਸੁਣੇ ਹੀ ਨਾ, ਮਹਾਰਾਜ ਦੀ ਬਾਣੀ ਦੇ ਮੁਤਾਬਕ ਚੱਲੇ ਹੀ ਨਾ, ਵਾਹਿਗੁਰੂ ਜਪੇ ਹੀ ਨਾ, ਅੰਮ੍ਰਿਤ ਛਕੇ ਹੀ ਨਾ, ਅੱਗੋਂ ਟੁੱਚਰਾਂ ਡਾਵੇ ਕਿ ਸਾਡਾ ਅੰਮ੍ਰਿਤ ਛਕਿਆ ਹੀ ਹੋਇਆ, ਉਹ ਸਿੱਖ ਹੈ? ਉਹ ਨਹੀਂ ਸਿੱਖ ਹੋ ਸਕਦਾ। ਸਿੱਖੀ ਸਿੱਖਿਆ ਗੁਰ ਵਿਚਾਰ। ਸਤਿਗੁਰੂ ਜੀ ਦੀ ਜਿਹੜੀ ਸਿੱਖਿਆ ਹੈ ਨਾ, ਉਹਦੀ ਵਿਚਾਰ ਕਰਨ ਵਾਲਾ ਹੀ ਸਿੱਖ ਹੈ। ਮਹਾਰਾਜ ਦੇ ਉਪਦੇਸ਼ ਨੂੰ ਕਮਾਉਣ ਵਾਲਾ ਹੀ ਸਿੱਖ ਹੈ। ਜਿਹੜਾ ਹੱਥ ਜੋੜ ਕੇ ਸਤਿਗੁਰੂ ਜੀ ਦੇ ਅੱਗੇ ਸੀਸ ਝੁਕਾ ਕੇ ਕਹਿੰਦਾ, ਮਹਾਰਾਜ ਹੁਕਮ ਆਪ ਜੀ ਦਾ, ਸੱਚੇ ਪਾਤਸ਼ਾਹ ਆਪ ਜੀ ਦੀ ਆਗਿਆ, ਗਰੀਬ ਨਵਾਜ ਮੈਨੂੰ ਆਪ ਚਲਾਓ ਆਪਣੇ ਹੁਕਮ ਦੇ ਅੰਦਰ, ਆਪ ਜੀ ਦੀ ਸਿੱਖਿਆ ਵਿੱਚ ਮੇਰਾ ਜੀਵਨ ਢਲ ਜਾਵੇ, ਉਹਨੂੰ ਸਿੱਖ ਕਹਿੰਦੇ ਆ। ਪਰ ਜਿਹੜੇ ਆਪੋ ਆਪਣੀ ਡਫਲੀ ਵਜਾਈ ਫਿਰਦੇ ਆ, ਕਹਿੰਦੇ ਜੋ ਮੈਂ ਕਹਿੰਦਾ ਇਹੀ ਮਰਿਆਦਾ ਹੈ, ਇਹੀ ਬਾਜਾਂ ਵਾਲੇ ਸਤਿਗੁਰੂ ਜੀ ਨੇ ਆਖਿਆ, ਇਹੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ। ਨਹੀਂ ਬਈ, ਇਹ ਨਹੀਂ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤਾਂ ਤੁਰ ਕੀ ਬਾਣੀ ਹੈ? ਇਹ ਬੜਿਆਂ ਨੇ ਭੁਲੇਖੇ ਪਾ ਦੇਣੇ ਸੀ। 10ਵੇਂ ਪਾਤਸ਼ਾਹ ਨੇ ਇਸੇ ਹੀ ਧਰਤੀ ਤੇ ਕਿਹਾ, ਖਾਲਸਾ ਜੀ ਜੋ ਮੁਝ ਬਚਨ ਸੁਣਨ ਕੇ ਚਾਏ, ਸੁਨੋ ਗ੍ਰੰਥ ਹਿਤ ਚਿਤ ਲਾਏ, ਮੇਰੋ ਰੂਪ ਗ੍ਰੰਥ ਜੀ ਜਾਨ, ਇਸ ਮੈਂ ਭੇਦ ਨਾ ਰੰਚਕ ਮਾਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਬੋਲ ਰਹੇ ਹੈ, ਗੁਰੂ ਨਾਨਕ ਸਾਹਿਬ ਬੋਲ ਰਹੇ ਹੈ। 10 ਪਾਤਸ਼ਾਹੀਆਂ ਸਾਖਸ਼ਾਤ ਦਰਸ਼ਨ ਦੇ ਰਹੀਆਂ। ਇਹ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਸਤਿਗੁਰੂ ਦਾ ਉਪਦੇਸ਼ ਕਮਾਉਂਦੇ ਆ, ਵਿਚਾਰ ਕਰਦੇ ਆ ਗੁਰੂ ਜੀ ਦੀ ਸਿੱਖਿਆ ਦਾ, ਉਹੋ ਹੀ ਸਿੱਖ ਹੈ। ਨਦਰੀ ਕਰਮ ਲੰਘਾਏ ਪਾਰ। ਮੇਰਾ ਵਾਹਿਗੁਰੂ ਉਹਨਾਂ ਤੇ ਮਿਹਰ ਦੀ ਨਿਗਾਹ ਕਰ ਦਿੰਦਾ ਹੈ ਤੇ ਕਰਮ ਬਖਸ਼ਿਸ਼ ਕਰਕੇ ਫਿਰ ਇਸ ਸੰਸਾਰ ਸਮੁੰਦਰ ਤੋਂ ਲਾਹ ਕੇ ਪਾਰ ਤੇ ਕਿੱਥੇ ਚੜਾਉਂਦਾ ਹੈ? ਮੁਕਤੀ ਰੂਪੀ ਕੰਢੇ ਤੇ ਮਹਾਰਾਜ ਲੰਘਾ ਦਿੰਦੇ, ਫਿਰ ਸਾਰਾ ਸੰਸਾਰ ਸਮੁੰਦਰ ਪਾਰ ਚਾੜ ਦਿੰਦੇ ਆ ਮੁਕਤੀ ਰੂਪੀ ਕਿਨਾਰੇ ਤੇ। ਬੋਲੂ ਚਰਖਾ ਚੱਕੀ ਚੱਕ। ਸ਼ੇਖ ਬ੍ਰਹਮ ਫਿਰ ਕਹਿੰਦਾ ਮਹਾਰਾਜ ਵੇਖੋ ਇੰਨੀ ਮਿਹਨਤ ਕਰਦੇ ਆ ਕਿ ਆ ਸਾਰੀ ਰਾਤ ਮਹਾਰਾਜ ਉਹਨਾਂ ਨੂੰ ਪਸੀਨਾ ਆ ਜਾਂਦਾ। ਮਹਾਰਾਜ ਕੁਝ ਤਾਂ ਫਲ ਮਿਲਦਾ ਹੀ ਹੋਊਗਾ, ਕੁਝ ਤਾਂ ਫਲ ਮਿਲਦਾ ਹੀ ਹੋਊਗਾ। ਜਿਹੜੇ ਡਾਂਡੀਆ ਨਾਚ ਵੀ ਕਰਦੇ, ਕਈ ਸਿੱਖ ਹੋ ਕੇ ਕਰਦੇ ਆ। ਸੁਣੋ ਮਹਾਰਾਜ ਕੀ ਕਹਿੰਦੇ। ਹੁਣ ਜਿਹੜੇ ਕਹਿੰਦੇ ਆ ਨਾ ਵੀ ਗਿੱਧਾ ਭੰਗੜਾ ਪਾ ਹੀ ਲੈਣਾ ਚਾਹੀਦਾ, ਕਿਹੜੀ ਗੱਲ ਹੈ, ਥੋੜੀ ਪ੍ਰੈਕਟਿਸ ਹੋ ਜਾਂਦੀ ਹੈ। ਜਿਹੜੇ ਇਹੋ ਜੀਆਂ ਗੱਲਾਂ ਕਰਦੇ ਵੀ ਥੋੜਾ ਫਲ ਤਾਂ ਮਿਲਦਾ ਹੀ ਹੋਊਗਾ। ਮਹਾਰਾਜ ਕਹਿੰਦੇ ਸ਼ੇਖ ਬ੍ਰਹਮ ਸੁਣ, ਦੱਸਦੇ ਆ ਕੀ ਫਲ ਮਿਲਦਾ ਉਹਨਾਂ ਨੂੰ। ਹਜ਼ੂਰ ਦੱਸਦੇ ਆ, ਕੋਲੂ ਚਰਖਾ ਚੱਕੀ ਚੱਕ। ਸ਼ੇਖ ਬ੍ਰਹਮ ਕਹਿੰਦਾ ਨਾ ਕਿ ਮਹਾਰਾਜ ਉਹ ਬੜੀਆਂ ਭੁਆਂਟਣੀਆਂ ਲੈਂਦੇ ਆ। ਹਜ਼ੂਰ ਕਹਿੰਦੇ ਤੈਨੂੰ ਪਤਾ ਕੋਲੂ ਕਿੰਨੀਆਂ ਭੁਆਂਟਣੀਆਂ ਲੈਂਦਾ? ਆ ਤੇਲ ਕੱਢਦੇ ਆ ਜਿਹੜੇ, ਉਹ ਕੋਲੂ ਸਾਰਾ ਦਿਨ ਹੀ ਗਿੜਦਾ ਰਹਿੰਦਾ ਹੈ। ਤਾਂ ਫਿਰ ਮੁਕਤੀ ਤਾਂ ਕੋਲੂ ਨੂੰ ਮਿਲਣੀ ਚਾਹੀਦੀ ਹੈ ਨਾ। ਕੋਲੂ ਫਿਰ ਚਰਖਾ, ਮਾਈਆਂ ਚਰਖਾ ਫੇਰਦੀਆਂ। ਗੁਰੂ ਨਾਨਕ ਸਾਹਿਬ ਦਾ ਕਿੱਡਾ ਕਟਾਕਸ਼ ਹੈ ਸੱਚੇ ਪਾਤਸ਼ਾਹ ਦਾ। ਪਖੰਡ ਦੀਆਂ ਧਜੀਆਂ ਉਡਾਉਂਦੇ ਆ ਸੱਚੇ ਪਾਤਸ਼ਾਹ ਜੀ।
ਮਹਾਰਾਜ ਕਹਿੰਦੇ ਉਹ ਮਾਈਆਂ ਕਮਾਉਂਦੀਆਂ ਤੇ ਚਰਖਾ ਕਿੰਨਾ ਪਾਉਂਦਾ ਹੈ, ਤੇ ਫਿਰ ਉਹ ਤੇ ਮੁਕਤੀ ਤੇ ਚਰਖੇ ਨੂੰ ਮਿਲਣੀ ਚਾਹੀਦੀ ਹੈ ਨਾ। ਉਹ ਤਾਂ ਬਹੁਤ ਜ਼ਿਆਦੀਆਂ ਭੁੰਟਣੀਆਂ ਲੈਂਦਾ। ਕੋਲੂ ਚਰਖਾ ਚੱਕੀ, ਫਿਰ ਆਟਾ ਪੀਣ ਵਾਲੀ ਚੱਕੀ ਪਹਿਲਾਂ ਕਿੰਨਾ ਸਾਰਾ ਦਿਨ ਹੀ ਕਈਆਂ ਨੂੰ ਘਮਾਉਣੀ ਪੈਂਦੀ ਉਹਦੇ 'ਚ, ਕਿਉਂਕਿ ਟੱਬਰ ਵੱਡਾ ਹੋਣ ਕਰਕੇ ਆਟਾ ਪੀਣਾ ਪੈਂਦਾ ਸੀਗੇ, ਦਾਣੇ ਪੀਣੇ ਪੈਂਦੇ ਸੀਗੇ। ਮਹਾਰਾਜ ਕਹਿੰਦੇ ਫਿਰ ਤਾਂ ਸ਼ੇਖ ਬ੍ਰਹਮਾ ਚੱਕੀ ਮੁਕਤ ਹੋਣੀ ਚਾਹੀਦੀ ਹੈ। ਤੇ ਚੱਕ ਜਿਹੜਾ ਘੁਮਿਆਰ ਦਾ ਚੱਕ ਹੁੰਦਾ ਜਿਹਦੇ ਤੇ ਭਾਂਡੇ ਬਣਾਉਂਦਾ ਉਹ ਚੱਕੀ ਚੱਕ, ਚੱਕੀ ਜਿਹੜਾ ਆਟਾ ਪੀਣ ਵਾਲੀ, ਤੇ ਚੱਕ ਹੁੰਦਾ ਘੁਮਿਆਰ ਦਾ। ਉਹ ਸਾਧ ਸੰਗਤ ਜੀ ਭਾਂਡੇ ਐ ਬਣਾ ਕੇ ਉਹਨੂੰ ਨਾਲ ਘੁਮਾਉਂਦੇ ਆ ਪੂਰੀ ਤੇਜ਼ੀ ਨਾਲ, ਤੇ ਘੁਮਿਆਰ ਜਿਹੜਾ ਭਾਂਡੇ ਨੂੰ ਰੂਪ ਦਿੰਦਾ ਉਤੋਂ ਆਪਣੇ ਹੱਥਾਂ ਦੇ ਨਾਲ। ਮਹਾਰਾਜ ਕਹਿੰਦੇ ਫਿਰ ਸਭ ਤੋਂ ਜ਼ਿਆਦਾ ਤਾਂ ਚੱਕ ਘੁੰਮਦਾ ਘੁਮਿਆਰ ਦਾ, ਤੇ ਉਹਨੂੰ ਮੁਕਤੀ ਮਿਲਣੀ ਚਾਹੀਦੀ ਹੈ। ਇਹ ਕੋਲੂ ਚਰਖਾ ਚੱਕੀ ਚੱਕ ਇਹ ਸਾਰੇ ਮਹਾਰਾਜ ਕਹਿੰਦੇ ਘੁੰਮਦੇ ਹੀ ਰਹਿੰਦੇ ਆ, ਮੁਕਤ ਹੋਣੇ ਚਾਹੀਦੇ। ਫਿਰ ਸ਼ੇਖ ਬ੍ਰਹਮ ਹਜੂਰ ਦੱਸਦੇ ਆ, ਹੋਰ ਅੱਗੇ ਜ਼ਿਕਰ ਕਰਦੇ ਆ। ਹਲਵਾਰੋਲੇ ਬਹੁਤ ਅਨੰਤ, ਮਹਾਰਾਜ ਕਹਿੰਦੇ ਥਲ ਖੁਸ਼ਕ ਥਾਵਾਂ ਦੇ ਉੱਤੇ ਉਹ ਜਿਹੜੇ ਵਾਵ ਰੋਲੇ ਫਿਰਦੇ ਆ ਬਹੁਤ ਅਨੰਤ, ਇੰਨੇ ਹੁੰਦੇ ਉਹਨਾਂ ਦਾ ਅੰਤ ਹੀ ਨਹੀਂ ਆਉਂਦਾ। ਤੇ ਉਹ ਵਾਵ ਰੋਲਿਆਂ ਨੂੰ ਮੁਕਤੀ ਮਿਲਣੀ ਚਾਹੀਦੀ ਹੈ। ਉਹ ਦੇਸੀ ਕਹਿੰਦੇ ਹੁੰਦੇ ਕਈ ਵਾਰੀ ਵਾਵ ਰੋਲੇ ਕਹਿੰਦੇ ਆਉਂਦੇ ਆ ਤੇ ਭੂਤ ਪ੍ਰੇਤ ਹੁੰਦੇ, ਉਹਨਾਂ ਤੋਂ ਅਵਗਤ ਕਹਿੰਦੇ ਆ। ਸਗੋਂ ਜਿਹੜੇ ਆ ਵਾਵ ਰੋਲੇ ਕਿੰਨਾ ਘੁੰਮਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਥਰ ਵਰੋਲੇ, ਖੁਸ਼ਕ ਥਾਵਾਂ 'ਚ ਵਰੋਲੇ ਆਉਂਦੇ ਆ, ਘੁੰਮਣ ਘੇਰੀਆਂ ਪੈਂਦੀਆਂ ਨੇ, ਬਹੁਤ ਆਨੰਦ ਉਹਨਾਂ ਨੂੰ। ਤਾਂ ਬਹੁਤਿਆਂ ਨੂੰ ਇੰਨੇ ਵਾਵ ਰੋਲੇ ਕੋ ਅੰਤ ਨਹੀਂ ਆਉਂਦਾ। ਮਹਾਰਾਜ ਕਹਿੰਦੇ ਫਿਰ ਭਾਈ ਉਹ ਘੁੰਮਣ ਫਿਰਨ ਵਾਲੇ ਤਾਂ ਉਹ ਜ਼ਿਆਦਾ ਹੈ, ਵੰਡਣੀਆਂ ਤੋਂ ਉਹ ਜ਼ਿਆਦਾ ਲੈਂਦੇ, ਉਹ ਮੁਕਤ ਹੋਣੇ ਚਾਹੀਦੇ ਆ। ਲਾਟੂ ਮਾਧਾਣੀਆਂ ਅਨਗਾਹ, ਫਿਰ ਸਾਧ ਸੰਗਤ ਜੀ ਲਾਟੂ ਬਾਜੀਗਰਾਂ ਕੋਲ ਇੱਕ ਵੱਡਾ ਲਾਟੂ ਹੁੰਦਾ ਸੀ, ਉਹਨੂੰ ਪਾ ਕੇ ਨਾ ਰੱਸੀ, ਅੱਜ ਕੱਲ ਨਹੀਂ ਇਹ ਖੇਡਾਂ ਰਹੀਆਂ, ਤੇ ਉਹਨੂੰ ਰੱਸੀ ਪਾ ਕੇ ਛੱਡਦੇ ਆ। ਕਈ ਵਾਰੀ ਹੁਣ ਤਾਂ ਇੱਥੇ ਨਹੀਂ ਉਹ ਖਿਡੌਣੇ, ਇੱਥੇ ਵੀ ਇੱਕ ਵਾਰੀ ਵੇਖਿਆ ਸੀਗਾ, ਉਹ ਬੱਚਿਆਂ ਨੇ ਬਾਜ਼ਾਰ ਚੋਂ ਲਿਆ ਤੇ ਉਹਨੂੰ ਰੱਸੀ ਜੀ ਪਾ ਕੇ ਛੱਡਦੇ ਥੱਲੇ, ਤੇ ਐ ਫਰਸ਼ ਤੇ ਉਹ ਲਾਟੂ ਘੁੰਮਦਾ ਫਿਰ ਕਿਤੇ। ਤੇ ਹੁਣ ਜਿਹੜਾ ਤਰੱਕੀ ਉਹਦੇ 'ਚ ਲਾਈਟਾਂ ਲੂਟਾਂ ਜਗਦੀਆਂ, ਬੱਚੇ ਖੁਸ਼ ਹੁੰਦੇ ਵੇਖ ਕਰਕੇ। ਪਹਿਲਾਂ ਵੱਡਾ ਸਾਰਾ ਲਾਟੂ ਹੁੰਦਾ, ਤੇ ਉਹਨੂੰ ਰੱਸੀ ਪਾ ਕੇ ਜਦੋਂ ਘੁਮਾਉਂਦੇ ਨਾ, ਤਾਂ ਸਾਧ ਸੰਗਤ ਜੀ ਉਹ ਕਿੰਨੇ ਗੇੜੇ ਖਾਂਦਾ ਲਾਟੂ। ਮਹਾਰਾਜ ਕਹਿੰਦੇ ਫਿਰ ਉਹ ਸਿੱਧੀ ਮੁਕਤੀ ਤਾਂ ਲਾਟੂ ਨੂੰ ਮਿਲਣੀ ਚਾਹੀਦੀ ਹੈ, ਉਹਨਾਂ ਨਾਲੋਂ ਤਾਂ ਕਿਤੇ ਜ਼ਿਆਦਾ ਗੇੜੇ ਖਾ ਜਾਂਦਾ ਲਾਟੂ। ਨੱਚਣ ਵਾਲੇ ਤੇ ਇੰਨਾ ਘੁੰਮਦੇ ਨਹੀਂ, ਸਿਰ ਚਕਰਾ ਜੂਗਾ, ਲਾਟੂ ਜਿੰਨਾ ਥੋੜ੍ਹਾ ਘੁੰਮ ਸਕਦੇ। ਤੇ ਫਿਰ ਮਧਾਣੀਆਂ, ਉਹ ਜਿਹੜੀਆਂ ਸਵਾਣੀਆਂ ਹੁੰਦੀਆਂ, ਅੱਜ ਕੱਲ੍ਹ ਇਹ ਵੀ ਰਿਵਾਜ ਨਹੀਂ ਰਿਹਾ, ਕਿਉਂਕਿ ਮੱਖਣ ਅੱਬਲ ਤਾਂ ਹਜਮ ਹੀ ਨਹੀਂ ਹੁੰਦਾ। ਹੁਣ ਕਿਸੇ ਨੂੰ ਰਿਵਾਜ ਕੀ ਰਹਿਣਾ, ਦਹੀਂ ਪਚ ਜੇ ਲੱਸੀ ਪਚ ਜੇ ਬੜੀ ਗੱਲ ਹੈ। ਉਹ ਮਧਾਣੀਆਂ ਪਹਿਲੋਂ ਸਾਧ ਸੰਗਤ ਜੀ ਪਾ ਕੇ ਨਾ ਉਹਨਾਂ ਨਾਲ ਰਿੜਕਦੀਆਂ ਸੀ ਦਹੀਂ, ਤੇ ਕਿੰਨੀ ਘੁੰਮਦੀ ਹੈ ਮਧਾਣੀ। ਤੇ ਅਨਗਾਹ, ਅਨਗਾਹ ਕਹਿੰਦੇ ਜਿਹੜਾ ਵਿਹੜੇ 'ਚ ਗਾਹ ਪਾਈਦਾ ਹੈ। ਹੁਣ ਤਾਂ ਮਸ਼ੀਨਾਂ ਨਾਲ ਕੱਢ ਲੈਂਦੇ ਨਾ, ਕਣਕ ਤੇ ਤੂੜੀ ਵੱਖਰੀ ਹੋ ਜਾਂਦੀ ਹੈ। ਪਹਿਲੋਂ ਘਰ ਵਿੱਚ ਲਿਆ ਕੇ ਨਾ ਕਣਕ ਖਲਾਰੀ ਜਾਂਦੀ ਸੀ, ਤੇ ਉੱਤੇ ਬਲਦਾਂ ਨੂੰ ਫੇਰਿਆ ਜਾਂਦਾ ਸੀ, ਉਹਨੂੰ ਸਾਧ ਸੰਗਤ ਜੀ ਗਾਹਣ ਪਾਉਣਾ ਕਹਿੰਦੇ ਸੀਗਾ। ਤੇ ਉੱਤੇ ਬਲਦ ਕਿੰਨਾ ਘੁੰਮਦੇ ਆ। ਮਹਾਰਾਜ ਕਹਿੰਦੇ ਉਹ ਗਾਹਣ ਵਿੱਚ ਘੁੰਮਦੇ ਬਲਦ ਮੁਕਤ ਹੋਣੇ ਚਾਹੀਦੇ। ਸ਼ੇਖ ਬ੍ਰਹਮ ਜੇ ਘੁੰਮਿਆ ਹੀ ਨੱਚਿਆ ਟੱਪਿਆ ਹੀ ਮੁਕਤੀ ਮਿਲਦੀ ਹੈ, ਤੇ ਆਹ ਚੀਜ਼ਾਂ ਸਾਰੀਆਂ ਮਹਾਰਾਜ ਦੱਸਦੀਆਂ ਵੀ ਇਹ ਤੇ ਘੁੰਮਦੀਆਂ ਹੀ ਰਹਿੰਦੀਆਂ, ਤੇ ਇਹਨਾਂ ਨੂੰ ਫਿਰ ਮੁਕਤ ਮਿਲਣੀ ਚਾਹੀਦੀ ਆ। ਪੰਖੀ ਭਾਉਂਦੀਆ ਲੈਨ ਨਸਾਹ, ਜਿਹੜੇ ਪੰਖੀ ਆ ਮਹਾਰਾਜ ਕਹਿੰਦੇ ਆਕਾਸ਼ ਵਿੱਚ ਜਦੋਂ ਇੱਲਾਂ ਭਾਉਂਦੀਆਂ ਨੇ ਕਿੰਨਾ ਚੱਕਰ ਕੱਟਦੀਆਂ ਨੇ, ਤੇ ਲੈਣ ਨਾ ਸਾਹ, ਸਾਹ ਲੈਣ ਕੋਈ ਧਰਤੀ ਦੇ ਥੱਲੇ ਥੋੜ੍ਹਾ ਹੁੰਦੀਆਂ ਨੇ, ਉਹ ਤਾਂ ਉੱਤੇ ਹੀ ਘੁੰਮੀ ਚਲੀ ਜਾਂਦੀਆਂ, ਘੁੰਮੀ ਚਲੀ ਜਾਂਦੀਆਂ। ਤੇ ਫਿਰ ਇੱਲਾਂ ਮੁਕਤ ਹੋ ਜਾਣੀਆਂ ਚਾਹੀਦੀਆਂ। ਸ਼ੇਖ ਬ੍ਰਹਮ ਉਹ ਤਾਂ ਬਾਹਲਾ ਹੀ ਘੁੰਮਦੀਆਂ, ਉੱਤੇ ਸਾਹ ਨਹੀਂ ਲੈਂਦੀਆਂ। ਸੂਆ ਚਾੜ ਭਵਾਈਆ ਹੈ ਜੰਤ, ਫਿਰ ਸਾਧ ਸੰਗਤ ਜੀ ਸੂਆ ਚਾੜ ਭਵਾਈਆ ਜੰਤ, ਇਸ ਪ੍ਰਕਾਰ ਸੂਆ ਕਹਿੰਦੇ ਇੱਕ ਚੀਗਣੀ ਜੀ। ਉਦਾਹਰਨ ਦੇ ਤੌਰ ਤੇ ਤੁਹਾਨੂੰ ਦੱਸਾਂ, ਅੱਜ ਦਾ ਬਾਗ ਦੇ ਵਿੱਚ ਭੰਗੂੜੇ ਨਹੀਂ ਲੱਗੇ ਹੋਏ, ਤੇ ਉਹ ਲੱਕੜ ਦਾ ਘੋੜਾ, ਲੱਕੜ ਦੀ ਕਾਰ ਬਣੀ ਹੁੰਦੀ ਹੈ। ਆ ਸ਼ਾਮ ਨੂੰ ਕਈ ਜਾਂਦੇ ਉੱਥੇ, ਟਿਕਟ ਸ਼ਾਇਦ ਰੱਖੀ ਤੇ ਉਹਦੇ ਤੇ ਬੱਚੇ ਚੜ੍ਹ ਕੇ, ਤੇ ਉਹ ਜਦੋਂ ਘੁਮਾਉਂਦੇ ਉਹਨੂੰ ਬਿਜਲੀ ਨਾਲ ਸ਼ਾਇਦ ਚੱਲਦਾ, ਤੇ ਉਹ ਫਿਰ ਜਦੋਂ ਘੁੰਮਦੇ ਆ ਤੇ ਬੱਚੇ ਖੁਸ਼ ਹੁੰਦੇ ਆ, ਤੇ ਉਹ ਸੂਆ ਭਾਵ ਭੰਗੂੜਾ ਹੀ ਲਾ, ਤੇ ਜਿਹੜੇ ਉਹਦੇ ਤੇ ਫਿਰ ਚੜ੍ਹਦੇ ਆ ਕਿੰਨਾ ਜ਼ਿਆਦਾ ਘੁੰਮਦੇ ਆ। ਇੱਥੇ ਦੱਖਣ ਵਿੱਚ ਇੱਕ ਸੂਆ ਦੇਵੀ ਦਾ ਮੰਦਿਰ ਵੀ ਮੰਨਿਆ ਹੈ। ਉੱਥੇ ਸਾਧ ਸੰਗਤ ਜੀ ਕੀ ਹੈ ਨਾ, ਉਹ ਇੱਕ ਸੂਆ ਜਿਹਾ ਬਣਾ ਕਰਕੇ, ਜਿਹਦਾ ਬੱਚਾ ਨਾ ਬਚਦਾ ਹੋਵੇ ਤੇ ਜਨਮ ਤੋਂ ਬਾਅਦ ਚੜ੍ਹਾਈ ਕਰ ਜਾਵੇ, ਇਹ ਉਹਨਾਂ ਦਾ ਅੰਧ ਵਿਸ਼ਵਾਸ ਹੈ। ਉੱਥੇ ਲਿਜਾ ਕਰਕੇ ਬੱਚੇ ਨੂੰ ਨਾ ਪੇਟ ਭਾਰ ਉਸ
ਸੂਏ ਦੇ ਉੱਤੇ ਕੋਈ ਕੱਪੜਾ ਜਿਹਾ ਪਹਿਲਾਂ ਢਿੱਡ ਤੇ ਬੰਨ੍ਹ ਕੇ ਫਿਰ ਉਹ ਸੂਏ ਤੇ ਚਾੜ ਕੇ ਤੇ ਉਹਨੂੰ ਭਵਾਉਂਦੇ ਆ। ਜੇ ਬੱਚਾ ਹੱਸ ਪਵੇ ਤੇ ਆਪ ਸ਼ਗਨ ਮੰਨਦੇ ਆ, ਰੋ ਪਵੇ ਤੇ ਸਮਝਦੇ ਆ ਵੀ ਹੁਣ ਜਿੰਦਾ ਰਹੂਗਾ, ਚਿਰ ਜੀਵੂਗਾ। ਇਸ ਤਰ੍ਹਾਂ ਦਾ ਉਹਨਾਂ ਦਾ ਅੰਧ ਵਿਸ਼ਵਾਸ ਹੈ। ਤੋ ਇਸ ਪ੍ਰਕਾਰ ਮਹਾਰਾਜ ਜੀ ਜੋ ਸਿੱਖਿਆ ਦਿੰਦੇ ਨੇ ਭੌਣ ਤੋਂ ਦਿੰਦੇ ਆ। ਜਿਹੜੇ ਚੱਕਰ ਕੱਟਦੇ ਆ, ਨਾਚੇ ਜਿਹੜੇ ਇਸ ਪ੍ਰਕਾਰ ਬਾਹਲੀ ਘੁਮਿੰਟਣੀਆਂ ਖਾਂਦੇ ਆ, ਤੇ ਮਹਾਰਾਜ ਕਹਿੰਦੇ ਸੂਏ ਚਾੜ ਭਵਾਈਐ ਜੰਤ। ਇਉਂ ਸੂਏ ਤੇ ਭਾਵ ਚੀਗਣੀ ਦੇ ਉੱਤੇ ਉਹ ਪੰਗੂੜੇ ਤੇ ਚਾੜ ਕੇ ਜਿਵੇਂ ਜਨਤਾ ਨੂੰ ਭਵਾਉਂਦਾ ਹੈ ਮਦਾਰੀ, ਜਿਹੜਾ ਹੂੰਟੇ ਦੇਣ ਵਾਲਾ, ਉਹ ਜਿਹੜਾ ਹੈ ਜਿਵੇਂ ਰਾਈਡਾਂ ਕਹਿ ਦਿੰਦੇ ਇੰਗਲਿਸ਼ ਦੇ ਵਿੱਚ, ਜਿਵੇਂ ਉਹ ਇਸ ਪ੍ਰਕਾਰ ਭੌਂਦੇ ਹਨ, ਘੁੰਮਦੇ ਹਨ। ਨਾਨਕ ਭੌਂਦਿਆ ਗਣਤ ਨਾ ਅੰਤ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਭੌਂਦਿਆਂ ਚੱਕਰ ਕੱਢਦਿਆਂ ਕੋਈ ਗਿਣਤੀ ਦਾ ਅੰਤ ਹੀ ਨਹੀਂ ਆਉਂਦਾ ਹੈ ਕਿ ਕਿੰਨੀਆਂ ਕੁ ਭੌਂਟਣੀਆਂ ਖਾ ਜਾਂਦੇ ਆ। ਤੇ ਕਈ ਜਦੋਂ ਉਸ ਇਹੋ ਜਿਹੇ ਪੰਗੂੜੇ ਤੋਂ ਉਤਰਦੇ ਆ ਤੇ ਫਿਰ ਧਰਤੀ ਤੇ ਪੈਰ ਹੀ ਨਹੀਂ ਕਿੰਨਾ ਚਿਰ ਲੱਗਦਾ, ਐਵੇਂ ਹਿੱਲੀ ਜਾਂਦੇ, ਚੱਕਰ ਹੀ ਚੱਲੀ ਜਾਂਦੇ ਆ। ਬੰਧਨ ਬੰਧ ਪਵਾਏ ਸੋਏ। ਸਤਿਗੁਰੂ ਜੀ ਕਹਿੰਦੇ ਜੀ ਜਿਹੜੇ ਆ ਨਾ ਸ਼ੇਖ ਬ੍ਰਹਮ ਬੰਧਨਾਂ ਦੇ ਬੱਝੇ ਹੋਏ ਜੂਨਾਂ ਵਿੱਚ ਭਵਾਏ ਜਾਂਦੇ ਆ। ਇਹਨਾਂ ਚੀਜ਼ਾਂ ਨਾਲ ਕੋਈ ਮੁਕਤੀ ਨਹੀਂ ਮਿਲਦੀ। ਸਿਰ ਤੇ ਘੱਟਾ ਪੈ ਜਾਂਦਾ, ਉੱਡ ਉੱਡ ਕੇ ਘੁੰਗਰੂ ਬੰਨੇ ਹੁੰਦੇ ਆ, ਸਾਰੀ ਰਾਤ ਤਾਲ ਪੂਰਦੇ ਰਹਿੰਦੇ ਆ, ਕੋਈ ਲਾਭ ਨਹੀਂ ਇਹਨਾਂ ਨੂੰ ਹੁੰਦਾ। ਬੰਧਨਾਂ ਵਿੱਚ ਬੰਨੇ ਹੋਏ ਹੋ ਮਹਾਰਾਜ ਕਹਿੰਦੇ ਭਾਈ ਜੀਵ ਭਵਾਏ ਜਾਂਦੇ, ਨਰਕਾਂ ਵਿੱਚ ਭਵਾਏ ਜਾਂਦੇ ਆ, ਜੂਨਾਂ ਵਿੱਚ। ਪਿਆ ਕਿਰਤ ਨੱਚਾ ਸਭ ਕੋਏ। ਪਿਆ ਕਿਰਤ ਨੱਚਾ ਸਭ ਕੋਏ। ਮਹਾਰਾਜ ਜੀ ਕਹਿੰਦੇ ਇਹ ਕਿਰਤ ਭਾਵ ਕਰਮ ਦੀ ਰੇਖਾ ਪਈ ਹੋਈ ਹੈ ਸਿਰ ਦੇ ਉੱਤੇ। ਹਰ ਕੋਈ ਕਰਮਾਂ ਦਾ ਬੱਝਾ ਨਾਚ ਨੱਚ ਰਿਹਾ ਹੈ। ਕੋਈ ਕਾਮ ਦੇ ਵਿੱਚ ਨਾਚ ਨੱਚ ਰਿਹਾ, ਕੋਈ ਕ੍ਰੋਧ ਦਾ ਨਚਾਇਆ। ਕ੍ਰੋਧ ਜਿਹੜਾ ਨਾ ਡੰਬਰੂ ਵਜਾਉਂਦਾ ਹੈ ਜਦੋਂ, ਤੇ ਫਿਰ ਜੀਵ ਕ੍ਰੋਧ ਦੇ ਵਿੱਚ ਨੱਚਦੇ ਆ। ਮਰਕਟ ਜਿਵੇਂ ਬਾਂਦਰ ਨਹੀਂ ਨੱਚਦਾ ਹੈ, ਇਵੇਂ ਸਾਧ ਸੰਗਤ ਜੀ ਬਾਂਦਰ ਦੀ ਤਰ੍ਹਾਂ ਨੱਚਦਾ ਜੀਵ ਕ੍ਰੋਧ ਦੇ ਅੱਗੇ, ਤੇ ਫਿਰ ਮਾਇਆ ਦੇ ਨਚਾਏ ਨੱਚਦੇ ਆ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਪਿਆ ਕਿਰਤ, ਪਿਆ ਹੋਇਆ ਹੈ ਕਿਰਤ ਮੱਥੇ ਤੇ ਲੇਖ, ਨੱਚਾ ਸਭ ਕੋਏ। ਹਰ ਕੋਈ ਨੱਚ ਰਿਹਾ ਹੈ। ਕੋਈ ਗੋਪੀਆਂ ਬਣ ਕੇ ਨੱਚੀ ਜਾਂਦਾ ਹੈ, ਕੋਈ ਕ੍ਰਿਸ਼ਨ, ਕੋਈ ਭੱਦਰ ਬਣ ਕੇ ਨੱਚੀ ਜਾਂਦਾ ਹੈ। ਨੱਚ ਨੱਚ ਹੱਸਹਿ ਚੱਲਹਿ ਸੇ ਰੋਏ। ਇਹ ਜਦੋਂ ਨੱਚ ਨੱਚ ਹੱਸਹਿ, ਜਦੋਂ ਨੱਚਦੇ ਆ ਨਾ ਤੇ ਲੋਕ ਪੈਸੇ ਸੁੱਟਦੇ ਆ, ਫਿਰ ਬੜਾ ਹੱਸਦੇ ਆ, ਬੜਾ ਇਹਨਾਂ ਨੂੰ ਖੁਸ਼ੀ ਹੁੰਦੀ ਹੈ, ਹੋਰ ਤਾਲ ਪੂਰਦੇ ਆ। ਨੱਚ ਨੱਚ ਹੱਸੇ, ਨੱਚ ਨੱਚ ਕੇ ਬਹੁਤ ਜ਼ਿਆਦਾ ਹੱਸਦੇ ਆ। ਚੱਲਹਿ ਸੇ ਰੋਏ। ਤੇ ਜਦੋਂ ਕੋਈ ਪੈਸਾ ਨਹੀਂ ਦਿੰਦਾ ਨਾ ਤੇ ਫਿਰ ਚੱਲਣ ਲੱਗਿਆ ਰੋਂਦੇ ਆ, ਉਹ ਬੜਾ ਦੁਖੀ ਹੋਏ ਵੀ ਸਾਰਾ ਦਿਨ ਨੱਚਦੇ ਰਹੇ, ਰਾਤ ਨੱਚਦੇ ਰਹੇ, ਬੜੇ ਲੋਕ ਕੰਜੂਸ ਆ, ਕਿਸੇ ਟਕਾ ਨਹੀਂ ਦਿੱਤਾ। ਚੱਲਣ ਲੱਗਿਆ ਬੜਾ ਰੋਂਦੇ, ਨਾਲੇ ਆਪਦੀਆਂ ਪਟਾਰੀਆਂ ਇਕੱਠੀਆਂ ਕਰਦੇ ਆ, ਬਹੁਤ ਰੋਂਦੇ ਆ ਚੱਲਦੇ ਹੋਏ। ਉੱਡ ਨ ਜਾਹੀ ਸਿੱਧ ਨਾ ਹੋਏ। ਮਹਾਰਾਜ ਕਹਿੰਦੇ ਸ਼ੇਖ ਬ੍ਰਹਮ ਉੱਡ ਨਾ ਜਾਹੀ। ਉਹਨਾਂ ਦੇ ਵਿੱਚ ਕੋਈ ਇਹੋ ਜਿਹੀ ਤੇ ਸੁਰਤ ਨਹੀਂ ਉਹਨਾਂ ਦੀ ਜੁੜਦੀ ਨੱਚਦਿਆਂ ਦੀ ਕਿ ਉੱਡ ਕੇ ਸਵਰਗਾਂ ਨੂੰ ਚੜ ਜਾਣਗੇ, ਜਾਂ ਉਹਨਾਂ ਦੀ ਸੁਰਤ ਜਿਹੜੀ ਉਹ ਲੱਗ ਜਾਵੇਗੀ ਦਸਮ ਦਵਾਰ ਦੇ ਅੰਦਰ। ਸਿੱਧ ਨਾ ਹੋਏ, ਉਹਨਾਂ ਨੂੰ ਕੋਈ ਸਿੱਧ ਮੁਕਤੀ ਨਹੀਂ ਮਿਲਣੀ ਹੈ, ਸਿੱਧ ਕਲਿਆਣ ਨਹੀਂ ਹੋਣੀ ਹੈ ਇਹਨਾਂ ਨੱਚਣ ਟੱਪਣ ਕਰਕੇ। ਨੱਚਣ ਕੁੱਦਣ ਮਨ ਕਾ ਚਾਓ। ਮਹਾਰਾਜ ਫਿਰ ਕੁਝ ਤਾਂ ਹੋਊਗਾ ਹੀ। ਸਤਿਗੁਰੂ ਕਹਿੰਦੇ ਕੇਵਲ ਮਨ ਦਾ ਹੀ ਚਾਅ ਹੈ। ਨੱਚਣ ਕੁੱਦਣ ਮਨ ਕਾ ਚਾਓ। ਵੇਖੋ ਇੱਥੇ ਇੰਨੀ ਪੰਕਤੀ ਪੜ੍ਹ ਕੇ ਤੇ ਕਹਿੰਦੇ ਭੰਗੜਾ ਇੱਕ ਸਾਈਡ ਤੇ ਪਾ ਲੈਣ ਦੋ, ਹਾਂ ਲੰਗਰ ਵਿੱਚ ਕੀ ਹੋ ਚੱਲਿਆ ਹੈ। ਇਸ ਤਰ੍ਹਾਂ ਭੁੱਲੜ ਸਿੱਖ ਕਈ ਕਹਿੰਦੇ ਆ ਜਿਨ੍ਹਾਂ ਦਾ ਕੰਮ ਹੀ ਟੈਲੀਵਿਜ਼ਨ ਵੇਖਣਾ, ਸਵੇਰੇ ਉੱਠਦਿਆਂ ਸਾਰੀ ਪਹਿਲੋਂ ਚਾਹ ਨੂੰ ਟੱਕਰਨਾ, ਫਿਰ ਤਾਂ ਉਹਨਾਂ ਨੂੰ ਜੰਗਲ ਪਾਣੀ ਆਉਂਦਾ, ਤੇ ਨਾ ਕੋਈ ਸਾਧ ਸੰਗਤ ਜੀ ਨਿਤਨੇਮ ਹੈ। ਤੇ ਅੱਜ ਸਿੱਖੀ ਦੀ ਮਰਿਆਦਾ ਸਿੱਖਾਂ ਨੂੰ ਉਹ ਦੱਸਦੇ ਪਏ ਆ, ਕੀ ਕਰੀਏ। ਤੇ ਸਿੱਖ ਵੀ ਭੁੱਲੇ ਕਹਿੰਦੇ ਆ ਵੀ ਕੀ ਹੋ ਚੱਲਿਆ, ਜੇ ਇੱਕ ਨੁੱਕਰ 'ਚ ਭੰਗੜਾ ਪਾ ਹੀ ਲੈਣਗੇ ਤੇ ਬਾਬਾ ਜੀ ਤੁਹਾਡਾ ਕੀ ਕਸ ਚੱਲਿਆ ਹੈ। ਤੇ ਗੁਰੂ ਬਾਬਾ ਜੀ ਕੀ ਕਹਿਣਗੇ, ਗੁਰੂ ਨਾਨਕ ਸਾਹਿਬ ਵੀ ਸਿੱਖੋ ਮੈਂ ਤੁਹਾਨੂੰ ਕੀ ਆਖਿਆ ਸੀ ਤੇ ਤੁਸੀਂ ਕੀ ਕਰ ਰਹੇ ਹੋ। ਮਹਾਰਾਜ ਜੀ ਕੀ ਕਹਿਣਗੇ ਸਾਨੂੰ ਸੱਚੇ ਪਾਤਸ਼ਾਹ ਵੀ ਮੈਂ ਤੁਹਾਨੂੰ ਹਟਾਇਆ ਸੀ, ਅਸੀਂ ਤਾਂ ਸ਼ੇਖ ਬ੍ਰਹਮ ਨੂੰ ਸਿੱਖਿਆ ਦਿੱਤੀ ਸੀ, ਤੇ ਤੁਸੀਂ ਸਾਡੇ ਸਿੱਖ ਅਖਵਾਉਂਦੇ ਹੋ ਤੇ ਨਾਲੇ ਐਵੇਂ ਆ ਤਾਲ ਪੂਰੀ ਜਾਂਦੇ ਹੋ। ਸਿਰ 'ਚ ਘਟਾ ਪਾਉਣ ਵਾਲੀ ਗੱਲ ਹੀ ਹੈ ਨਾ। ਲਾਹਨਤਾਂ ਹੀ ਸਿਰ ਤੇ ਮਿਲਣਗੀਆਂ ਨਾ, ਫਿਰ ਗੁਰੂ ਬਾਬਾ ਜੀ ਦੀ ਖੁਸ਼ੀ ਨਹੀਂ ਮਿਲੇਗੀ ਉਸ ਸਿੱਖ ਨੂੰ ਜਿਹੜਾ ਸਤਿਗੁਰੂ ਤੋਂ ਉਲਟ ਚੱਲੇਗਾ। ਮਹਾਰਾਜ ਜੀ ਕਹਿੰਦੇ ਭਾਈ ਨੱਚਣ ਕੁੱਦਣ ਮਨ ਕਾ ਚਾਓ, ਇਹ ਕੇਵਲ ਮਨ ਦਾ ਹੀ ਚਾਅ ਉਤਸ਼ਾਹ ਹੈ। ਨਾਨਕ ਜਿਨ ਮਨ ਭਾਉ ਤਿਨਾ ਮਨ ਕਹਾਓ। ਸਤਿਗੁਰੂ ਜੀ ਕਹਿੰਦੇ ਨੇ ਨਾਨਕ ਜਿਨ ਮਨ ਭਾਉ, ਪਹਿਲਾਂ ਕੰਨੇ ਨਾਲ ਨਹੀਂ, ਦੂਜਾ ਕੰਨੇ ਨਾਲ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਨ ਅੰਦਰ ਵਾਹਿਗੁਰੂ ਦਾ ਭਾਉ ਹੈ ਨਾ, ਡਰ ਵੈ, ਤਿਨਾ ਮਨ ਭਾਉ। ਸ਼ੇਖ ਬ੍ਰਹਮ
ਉਹਨਾਂ ਦੇ ਅੰਦਰ ਹੀ ਪਿਆਰ ਜਾਗਦਾ ਹੈ। ਉਹੀ ਵਾਹਿਗੁਰੂ ਦੇ ਪਿਆਰ ਨੂੰ ਪਾ ਕਰਕੇ ਨਿਹਾਲ ਹੁੰਦੇ ਆ। ਅੱਗੇ ਪੌੜੀ ਆਰੰਭ ਹੁੰਦੀ ਹੈ। ਪਹਿਲੇ ਸ਼ਲੋਕ ਦੇ ਆਪਾਂ 3 ਅਰਥ ਸੁਣੇ ਆ। ਇਹ ਸ਼ਲੋਕ ਵੱਡਾ ਹੈ, ਇਹਦਾ ਅੰਤਰੀਵ ਅਰਥ ਨੇ ਨਾਲ ਪੌੜੀ ਕੱਲ ਨੂੰ ਆਪਾਂ ਸਰਵਣ ਕਰਾਂਗੇ। ਸਮਾਂ ਅੱਜ ਆਗਿਆ ਨਹੀਂ ਦਿੰਦਾ ਤਾਂ ਸਤਿਗੁਰੂ ਜੀ ਰਹਿਮਤ ਕਰਨ। ਮਹਾਰਾਜ ਨੇ ਵੇਖ ਲਓ ਕਿੱਦਾਂ ਪਖੰਡ ਦੀਆਂ ਧੱਜੀਆਂ ਉਡਾਈਆਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ। ਹਜੂਰ ਦੀ ਸਿੱਖਿਆ ਨੂੰ ਕਮਾਈਏ, ਮਹਾਰਾਜ ਦਾ ਉਪਦੇਸ਼ ਜਿਹੜਾ ਹੈ ਉਹ ਮਨ ਬਾਣੀ ਸਰੀਰ ਕਰਕੇ ਕਮਾਈਏ, ਸਤਿਗੁਰੂ ਦੇ ਸਿੱਖ ਬਣੀਏ। ਮਹਾਰਾਜ ਨੂੰ ਆਪਣੇ ਮਗਰ ਨਾ ਲਾਉਣਾ ਚਾਹੀਏ, ਸਤਿਗੁਰੂ ਦੇ ਮਗਰ ਚੱਲੀਏ, ਮਹਾਰਾਜ ਦਾ ਪੱਲਾ ਫੜੀਏ। ਸਿੱਖ ਐਡਾ ਹੀ ਸਿਆਣਾ ਹੋ ਗਿਆ, ਕਹਿੰਦਾ ਮਹਾਰਾਜ ਹੁਣ ਮੇਰਾ ਪੱਲਾ ਤੂੰ ਫੜ ਲੈ, ਫਿਰ ਮੁਕਤ ਹੋ ਜਾਏਗੀ ਤੇਰੀ। ਸਤਿਗੁਰੂ ਨੂੰ ਕਿਸੇ ਦੇ ਪੱਲੇ ਦੀ ਲੋੜ ਨਹੀਂ, ਮਹਾਰਾਜ ਤਾਂ ਆਪ ਨਿਰੰਕਾਰ ਨੇ। ਸਾਡਾ ਭਲਾ ਤਾਂ ਹੈ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦਾ ਪੱਲਾ ਪਕੜਾਂਗੇ, ਸਿੱਖ ਬਣ ਕੇ ਮੁਕਤ ਹੋ ਸਕਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।